ਸ੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਧਰੋਂ ਧਰਾ ਪਰ ਪੁੰਨ ਪੁੰਨ ਸੀਸਾ, ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਉਤ ਸ਼੍ਰੀ ਅਰਜਨ ਢਿਗ ਪੋਥਿਨ, ਬਸਹਿ ਪ੍ਰੇਮ ਕਰ ਭਾਉ ਪ੍ਰਬੀਨ। ਬੈਠ ਥੜੇ ਦੀਵਾਨ ਲਗਾਵੈ, ਸਭ ਸੰਗਤ ਕੋ ਦਰਸ ਦਿਖਾਵੈ। ਉਤ ਸ਼੍ਰੀ ਅਰਜਨ ਢਿਗ ਪੋਥੀਨ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ ਪਰਤਖ ਗੁਰੂ, ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ, ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੇ ਉੱਤੇ ਸਦਾ ਹੀ ਕਿਰਪਾ ਕਰਨ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਕਰਨ ਵਾਲੇ, ਬਖਸ਼ਿਸ਼ਾਂ ਕਰਨ ਵਾਲੇ, ਹਾਜ਼ਰਾ ਹਜੂਰ ਜਹਰਾ ਜਹੂਰ, ਸਰਬ ਕਲਾ ਭਰਪੂਰ ਅੰਤਰਜਾਮੀ ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਗੱਜ ਕੇ ਕਹੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਕਿਰਪਾ ਕੀਤੀ ਹੈ, ਆਪਾਂ ਸਾਰਿਆਂ ਨੂੰ ਆਪਣੀ ਹਾਜ਼ਰੀ ਵਿੱਚ ਬੈਠਣ ਦਾ ਮੌਕਾ ਬਖਸ਼ਿਸ਼ ਕੀਤਾ ਹੈ। ਪਿਆਰ ਦੇ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੰਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਲੜੀਵਾਰ ਕਥਾ, ਗੁਰੂ ਸਾਹਿਬ ਜੀ ਦਾ ਮਹਾਨ ਪਵਿੱਤਰ ਇਤਿਹਾਸ, ਸੇਧ ਦੇਣ ਵਾਲਾ ਇਤਿਹਾਸ ਆਪ ਜੀ ਸਿੱਖ ਸੰਗਤਾਂ ਬੜੇ ਹੀ ਪਿਆਰ ਨਾਲ ਹਰ ਰੋਜ਼ ਸਰਵਣ ਕਰਦੇ ਹੋ। ਧੰਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ 'ਤੇ ਸਿੱਖ ਸੰਗਤਾਂ ਨੂੰ ਉਤਾਰ ਰਹੇ ਹਨ। ਬਹੁਤ ਖੁਸ਼ੀਆਂ ਭਰਿਆ, ਸੁੱਖਾਂ ਭਰਿਆ ਜਿਹੜਾ ਮਾਹੌਲ ਹੈ ਮਹਾਰਾਜ ਜੀ ਦੀ ਹਾਜ਼ਰੀ ਵਿੱਚ ਬਣਿਆ ਹੋਇਆ ਹੈ। ਭਾਈ ਗੁਰਦਾਸ ਜੀ ਲਿਖਦੇ ਆ, ਸਾਧ ਸੰਗ ਸੱਚਖੰਡ ਵਸਾਇਆ। ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਬੈਠਦੇ ਨੇ, ਕੀਰਤਨ ਹੁੰਦਾ ਹੈ, ਸਾਧ ਸੰਗਤ ਹੁੰਦੀ ਹੈ, ਉਹ ਜਗ੍ਹਾ ਸੱਚਖੰਡ ਹੀ ਹੈ ਜੀ। ਭਾਈ ਗੁਰਦਾਸ ਜੀ ਨੇ ਇਹ ਬਚਨ ਐਵੇਂ ਨਹੀਂ ਲਿਖੇ, ਭਾਈ ਗੁਰਦਾਸ ਜੀ ਨੇ ਉਸ ਸੱਚਖੰਡ ਦੇ ਆਨੰਦ ਨੂੰ ਮਾਣਿਆ ਹੈਗਾ ਜੀ। ਮਾਣਿਆ ਕਿੱਥੇ ਹੈ?
ਸਤਿਗੁਰਾਂ ਦੀ ਹਾਜ਼ਰੀ ਵਿੱਚ ਸਤ ਸੰਗਤ ਵਿੱਚ ਬੈਠ ਕੇ ਆਨੰਦ ਮਾਣਿਆ ਹੈ, ਇਹ ਸੱਚਖੰਡ ਹੈ। ਭਾਈ ਗੁਰਦਾਸ ਜੀ ਨੇ ਇਹ ਬਚਨ ਲਿਖੇ ਹਨ। ਵਾਕਈ ਗੁਰੂ ਸਾਹਿਬ ਜੀ ਦੇ ਆਸੇ ਪਾਸੇ ਜਿਹੜਾ ਮਾਹੌਲ ਹੈ, ਸੰਗਤ ਦਾ ਜਿਹੜਾ ਮਾਹੌਲ ਹੈ, ਉਹ ਸੱਚਖੰਡ ਹੀ ਹੈ। ਸਾਧ ਸੰਗਤ ਜੀ, ਆਪ ਜੀ ਨੇ ਸਰਵਣ ਕੀਤਾ। ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਭਾਈ ਗੁਰਦਾਸ ਜੀ ਨਾਲ ਬਚਨ ਕਰਦੇ ਆ। ਭਾਈ ਗੁਰਦਾਸ ਜੀ, ਕੁਝ ਲੋਕ ਸੰਸਾਰ ਵਿੱਚ ਐਸੇ ਹਨ ਜਿਨ੍ਹਾਂ ਦੇ ਗਿਆਨ ਰੂਪੀ ਨੇਤਰ ਨਹੀਂ ਹੈਗੇ ਜੀ। ਬਾਰੀ ਤੇ ਅੱਖਾਂ ਹਨ ਪਰ ਗਿਆਨ ਰੂਪੀ ਅੱਖਾਂ ਨਹੀਂ ਹੈਗੀਆਂ ਜੀ। ਸਮ ਦਮ ਰੂਪੀ ਬਾਹਾਂ ਨਹੀਂ ਜਿਨ੍ਹਾਂ ਦੀਆਂ ਹੈਗੀਆਂ ਜੀ। ਤੇ ਹੋਰ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ। ਮਹਾਰਾਜ ਕਹਿਣ ਲੱਗੇ ਸ਼ੁਭ ਕਰਮਾਂ ਰੂਪੀ ਪੈਰ ਨਹੀਂ ਜਿਨ੍ਹਾਂ ਦੇ ਹੈਗੇ, ਉਹਨਾਂ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਆਖਿਆ ਵੀ ਉਹ ਪੁੱਲ ਦੇ ਨਿਆਈ ਹੋਣਗੇ। ਤੁਸੀਂ ਉਦਮ ਕਰੋ, ਉਪਕਾਰ ਕਰੋ, ਸਭ ਪੋਥੀਆਂ ਨੂੰ ਇਕੱਠਿਆਂ ਕਰਕੇ ਬਾਣੀ ਤੁਸਾਂ ਲਿਖਣੀ ਹੈ। ਭਾਈ ਗੁਰਦਾਸ ਜੀ ਦੀ ਮਹਾਰਾਜ ਜੀ ਨੇ ਜ਼ਿੰਮੇਵਾਰੀ ਲਾਈ ਜੀ। ਭਾਈ ਗੁਰਦਾਸ ਜੀ ਨੂੰ ਮਹਾਰਾਜ ਕਹਿਣ ਲੱਗੇ, ਭਾਈ ਗੁਰਦਾਸ ਜੀ ਜਗ੍ਹਾ ਕੈਸੀ ਹੋਣੀ ਚਾਹੀਦੀ ਹੈ? ਭਾਈ ਗੁਰਦਾਸ ਜੀ ਕਹਿੰਦੇ, ਮਹਾਰਾਜ ਜੈਸੀ ਤੁਹਾਨੂੰ ਪਾਉਂਦੀ ਵੈਸੀ ਹੋਣੀ ਚਾਹੀਦੀ ਹੈ। ਮਹਾਰਾਜ ਕਹਿਣ ਲੱਗੇ, ਫਿਰ ਵੀ ਭਾਈ ਗੁਰਦਾਸ ਜੀ ਜਗ੍ਹਾ ਕੈਸੀ ਹੋਣੀ ਚਾਹੀਦੀ ਹੈ? ਭਾਈ ਗੁਰਦਾਸ ਜੀ ਨੇ ਦੱਸਿਆ, ਮਹਾਰਾਜ ਇਕਾਂਤ ਵਾਲੀ ਜਗ੍ਹਾ ਹੋਣੀ ਚਾਹੀਦੀ ਹੈ। ਸੋ ਗੁਰੂ ਸਾਹਿਬ ਆਪ ਸਿੱਖ ਸੰਗਤਾਂ ਨਾਲ ਚੱਲ ਕੇ ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ, ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਨਾਲ ਲੈ ਕੇ ਸੱਚੇ ਪਾਤਸ਼ਾਹ ਜਗ੍ਹਾ ਵੇਖਣ ਵਾਸਤੇ ਗਏ ਜੀ। ਦੁੱਖ ਭੰਜਨੀ ਬੇਰੀ ਤੋਂ ਪੂਰਬ ਵਾਲੇ ਪਾਸੇ ਨੂੰ ਮਹਾਰਾਜ ਬਾਰ-ਬਾਰ ਗਏ ਹੈ। ਉੱਥੇ ਕਈ ਤਰ੍ਹਾਂ ਦੇ ਰੁੱਖ ਨੇ ਸਾਧ ਸੰਗਤ ਜੀ, ਰੁੱਖਾਂ ਦੇ ਝੁੰਡ ਨੇ ਜੀ। ਕਰੀਰਾਂ ਦੇ ਵੀ ਰੁੱਖ ਨੇ, ਪਿੱਪਲਾਂ ਦੇ ਰੁੱਖ ਨੇ, ਬੇਰੀਆਂ ਦੇ ਰੁੱਖ ਨੇ। ਉਹਨਾਂ ਰੁੱਖਾਂ ਦੇ ਝੁੰਡ ਵਿੱਚ ਇੱਕ ਪਾਣੀ ਦਾ ਚਸ਼ਮਾ ਕੁਦਰਤੀ ਬਣਿਆ ਹੋਇਆ ਸਾਧ ਸੰਗਤ ਜੀ। ਗੱਜ ਕੇ ਆਖੋ ਵਾਹਿਗੁਰੂ। ਭਾਵ ਨੀਵੀਂ ਥਾਂ ਤੇ ਪਾਣੀ ਟਿਕਿਆ ਹੋਇਆ ਜੀ। ਬਹੁਤ ਛਾਂ ਹੈ। ਸੱਚੇ ਪਾਤਸ਼ਾਹ ਜੀ ਨੂੰ ਉਹ ਜਿਹੜੀ ਜਗ੍ਹਾ ਹੈ ਸੰਗਤ ਜੀ ਉਹ ਪਸੰਦ ਆ ਗਈ ਜੀ। ਤੇ ਤੁਸੀਂ ਸੁਣਿਆ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਨੇ ਆਖਿਆ, ਭਾਈ ਗੁਰਦਾਸ ਜੀ ਅਸੀਂ ਚੱਲਦੇ ਹਾਂ, ਤੁਸੀਂ ਸਾਰੀ ਉਸ ਜਗ੍ਹਾ ਦੀ ਤਿਆਰੀ ਕਰਵਾਓ। ਕਹਿਣ ਲੱਗੇ ਗੁਰੂ ਸਾਹਿਬ ਆਪ ਤੇ ਹਰਿਮੰਦਰ ਸਾਹਿਬ ਆ ਗਏ। ਪਿੱਛੋਂ ਕਈ ਦਿਨ ਲਾ ਕੇ ਸਿੱਖਾਂ ਨੇ ਉਸ ਜਗ੍ਹਾ ਦੀ ਤਿਆਰੀ ਕੀਤੀ ਜੀ। ਤਿਆਰੀ ਕੈਸੀ ਹੋਣੀ ਚਾਹੀਦੀ ਹੈ, ਇਹ ਕੱਲ੍ਹ ਦੀ ਕਥਾ ਵਿੱਚ ਤੁਸੀਂ ਸੁਣਿਆ ਸੀਗਾ। ਸਾਰੀ ਕਥਾ ਵਿੱਚ ਇਹੋ ਹੀ ਜ਼ਿਕਰ ਸੀਗਾ ਜੀ। ਬਹੁਤ ਪ੍ਰੇਮ ਨਾਲ, ਬੜੀ ਸ਼ਰਧਾ ਦੇ ਨਾਲ, ਬਹੁਤ ਭਾਵਨਾ ਦੇ ਨਾਲ ਸਿੱਖਾਂ ਨੇ ਤਿਆਰੀ ਕੀਤੀ ਹੈ ਜੀ। ਸੋਹਣੀਆਂ ਕਨਾਤਾਂ ਲੱਗ ਗਈਆਂ, ਤੰਬੂ ਲੱਗ ਗਿਆ, ਗੁਰੂ ਸਾਹਿਬ ਜੀ ਦੇ ਬੈਠਣ ਵਾਸਤੇ ਵੀ ਆਸਣ ਲੱਗ ਗਿਆ, ਚੰਦੋਆ ਸਾਹਿਬ ਲੱਗ ਗਿਆ, ਫੁੱਲਾਂ ਦੇ ਬੂਟੇ ਲੱਗ ਗਏ ਨੇ। ਬਹੁਤ ਕਮਾਲ ਦਾ ਮਾਹੌਲ ਬਣਾ ਦਿੱਤਾ। ਹਵਾਦਾਰ ਖੁਸ਼ਬੂ ਵਾਲਾ ਇਕਾਂਤ ਮਾਹੌਲ ਜਿਹੜਾ ਹੈ ਉਹ ਸੰਗਤ ਦੀ ਬਣਾ ਦਿੱਤਾ ਜੀ। ਬੇਰੀਆਂ ਦੇ ਵੀ ਝੁੰਡ ਨੇ, ਪਿੱਪਲ ਦੇ ਵੀ ਝੁੰਡ ਨੇ। ਪਿੱਪਲ ਦੇ ਰੁੱਖ ਦਾ ਬੜਾ ਲਾਭ ਹੈ ਜੀ। ਕੀ ਲਾਭ ਹੈ ਜੀ? ਆਮ ਹਿੰਦੂ ਵੀਰ ਜਿਹੜੇ ਉਹ ਪਿੱਪਲ ਦੀ ਪੂਜਾ ਕਰਦੇ ਹੈ। ਅਸਲ ਵਿੱਚ ਇਹ ਨਹੀਂ ਵੀ ਪਿੱਪਲ ਦੇਵਤਾ ਹੈ। ਇਹਦਾ ਭਾਵ ਇਹ ਸੀਗਾ ਵੀ ਇੱਕ ਪਿੱਪਲ ਦਾ ਰੁੱਖ ਹੈ ਜਿਹੜਾ ਰਾਤ ਨੂੰ ਵੀ ਆਕਸੀਜਨ ਛੱਡਦਾ ਹੈ ਜੀ। ਬਾਕੀ ਜਿਹੜੇ ਰੁੱਖ ਨੇ ਉਹ ਰਾਤ ਨੂੰ ਕਾਰਬਨ ਡਾਈਆਕਸਾਈਡ ਛੱਡਦੇ ਆ, ਪਰ ਜਿਹੜਾ ਪਿੱਪਲ ਹੈ ਉਹ ਸਾਧ ਸੰਗਤ ਜੀ ਆਕਸੀਜਨ ਛੱਡਦਾ ਹੈ। ਉਸ ਸਮੇਂ ਲੋਕ ਭੋਲੇ ਭਾਲੇ ਸਨ, ਲੋਕਾਂ ਨੂੰ ਇਹ ਗੱਲ ਨਹੀਂ ਸੀ ਸਮਝ ਆਉਣੀ। ਇਸ ਕਰਕੇ ਸਿਆਣਿਆਂ ਨੇ ਕਿਹਾ ਵੀ ਤੁਸੀਂ ਪਿੱਪਲ ਦੀ ਪੂਜਾ ਕਰਨ ਲੱਗ ਪਓ। ਹੁਣ ਉਹ ਪੂਜਾ ਦਾ ਭਾਵ ਨਹੀਂ ਸਮਝਿਆ, ਤੁਹਾਨੂੰ ਦੇਵਤਾ ਬਣਾ ਲਿਆ ਜੀ। ਬੜੇ ਪਿੱਪਲ ਦੇ ਰੁੱਖ ਨੇ ਉੱਥੇ ਜੀ। ਸਾਰੀ ਤਿਆਰੀ ਹੋ ਗਈ ਜੀ, ਸਾਰੀ ਤਿਆਰੀ ਜੀ। ਭਾਈ ਗੁਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕੋ ਚੱਲੇ ਨੇ ਮਹਾਰਾਜ ਜੀ ਨੂੰ ਲੈਣ ਵਾਸਤੇ ਜੀ। ਇੱਥੋਂ ਹੁਣ ਕਥਾ ਆਰੰਭ ਹੁੰਦੀ ਹੈ। ਆਪਾਂ ਬੜੇ ਪਿਆਰ ਦੇ ਨਾਲ ਸਾਰਿਆਂ ਨੇ ਸਰਵਣ ਕਰਨੀ ਹੈ। ਕੋਈ ਰਸਨਾਵਾਂਝੀ ਨਾ ਰਹੇ। ਸਭ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਚੌਪਈ ਪੁੱਤ ਸ਼੍ਰੀ ਅਰਜਨ ਢਿੱਗ ਪੋਥੀਨ। ਉਧਰ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਦਰਬਾਰ ਸਾਹਿਬ ਵਿੱਚ ਥੜਾ ਸਾਹਿਬ ਵਾਲੇ ਅਸਥਾਨ ਤੇ ਪੋਥੀਆਂ ਸੁਭਾਏਮਾਨ ਕੀਤੀਆਂ ਹੋਈਆਂ ਹਨ। ਮਹਾਰਾਜ ਪੋਥੀਆਂ ਲਾਗੇ ਬੈਠਦੇ ਆ। ਹਾਂਜੀ, ਬਸਹੇ ਪ੍ਰੇਮ ਕਰ ਭਾਉ ਪ੍ਰਬੀਨ। ਮਹਾਰਾਜ ਬੜੇ ਹੀ ਪ੍ਰੇਮ ਨਾਲ ਪੋਥੀਆਂ ਦੇ ਲਾਗੇ ਵਸਦੇ ਆ, ਭਾਵ ਬੈਠਦੇ ਆ। ਬੈਠ ਥੜੇ ਦੀਵਾਨ ਲਗਾਵੈ। ਤੇ ਥੜਾ ਸਾਹਿਬ ਤੇ ਬੈਠ ਕੇ ਉੱਥੇ ਹੀ ਕਥਾ ਕੀਰਤਨ ਦਾ ਦੀਵਾਨ ਸਜਦਾ ਹੈ। ਸਿੱਖ ਸੰਗਤਾਂ ਉੱਥੇ ਹੀ ਬੈਠ ਕੇ ਆਨੰਦ ਪ੍ਰਾਪਤ ਕਰਦੀਆਂ ਹਨ। ਹਾਂਜੀ, ਸਭ ਸੰਗਤ ਕੋ ਦਰਸ ਦਿਖਾਵੈ। ਸੰਗਤਾਂ ਮਹਾਰਾਜ ਦੇ ਦਰਸ਼ਨ ਕਰਦੀਆਂ ਨੇ। ਮਹਾਰਾਜ ਸੰਗਤਾਂ ਨੂੰ ਪੋਥੀ ਸਾਹਿਬਾਨ ਦੇ ਦਰਸ਼ਨ ਕਰਾਉਂਦੇ ਨੇ ਜੀ, ਪੋਥੀਆਂ ਦੇ ਦਰਸ਼ਨ ਕਰਾਉਂਦੇ ਆ। ਵੱਡੇ ਗੁਰੂਆਂ ਦੀ ਬਾਣੀ ਦੇ ਦਰਸ਼ਨ ਕਰ ਕਰਕੇ ਸੰਗਤਾਂ ਆਨੰਦ ਮਹਿਸੂਸ ਕਰਦੀਆਂ ਨੇ ਜੀ। ਜਾਏ ਕੀਨ ਅਰਦਾਸ ਅਗਾਰੀ। ਹਾਂਜੀ। ਸ੍ਰੀ ਗੁਰ ਭਇਓ ਸਥਾਨ ਤਿਆਰੀ। ਤੇ ਫਿਰ ਭਾਈ ਗੁਰਦਾਸ ਜੀ ਆਏ ਜੀ। ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਭਾਈ ਗੁਰਦਾਸ ਜੀ ਨੇ, ਮਹਾਰਾਜ ਅਸਥਾਨ ਤਿਆਰ ਹੈਗਾ ਸੱਚੇ ਪਾਤਸ਼ਾਹ। ਹਾਂਜੀ, ਚਾਹੋ ਦਿਸ਼ ਤੇ ਰਮਣੀਕ ਬਣਾਵਾ। ਚਾਰੇ ਪਾਸਿਓਂ ਮਹਾਰਾਜ ਬਹੁਤ ਇਕਾਂਤ ਵਾਲਾ ਰਮਣੀਕ ਸੋਹਣਾ ਅਸਥਾਨ ਮਹਾਰਾਜ ਤਿਆਰ ਹੈ। ਹਾਂਜੀ, ਬਰਿੰਦ ਤਰੋਵਰ ਜਹ ਦ੍ਰਿਸ਼ਟਾਵਾ। ਮਹਾਰਾਜ ਉੱਥੇ ਕਈ ਰੁੱਖਾਂ ਦਾ ਝੁੰਡ ਹੈਗਾ ਸੱਚੇ ਪਾਤਸ਼ਾਹ, ਜਿੱਥੇ ਤੁਸੀਂ ਨਿਸ਼ਾਨਦੇਹੀ ਕੀਤੀ ਸੀਗੀ। ਹਾਂਜੀ, ਸੁਨ ਸ੍ਰੀ ਅਰਜਨ ਸਭ ਪੋਥੀਨ। ਲੈ ਗਮਨੇ ਉਤਸਾਹੋ ਸੋ ਕੀਨ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਤਿਆਰੀ ਹੈ। ਭਾਈ ਗੁਰਦਾਸ ਜੀ ਕਹਿੰਦੇ ਤੁਹਾਡੀ ਮਿਹਰ ਨਾਲ ਹੈ। ਮਹਾਰਾਜ ਤਿਆਰੀ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਪੋਥੀ ਸਾਹਿਬ ਦੀ ਜਿਹੜੀ ਪਾਲਕੀ ਹੈ ਉਹ ਚੁਕਵਾਈ ਤੇ ਪੋਥੀਆਂ ਲੈ ਕੇ ਮਹਾਰਾਜ ਸੱਚੇ ਪਾਤਸ਼ਾਹ ਉਸ ਪਾਸੇ ਨੂੰ ਤੁਰ ਪਏ ਜੀ। ਹਾਂਜੀ, ਖਾਸੇ ਕੋ ਉਚਵਾਏ ਚਲੇ ਹੈ। ਪਾਲਕੀ ਸਾਹਿਬ ਸਿੱਖਾਂ ਨੇ ਮੋਢਿਆਂ ਤੇ ਰੱਖੀ ਹੈ। ਪਾਲਕੀ ਸਾਹਿਬ ਚੁਕਵਾ ਕੇ ਸੱਚੇ ਪਾਤਸ਼ਾਹ ਤੁਰ ਪਏ ਹਨ। ਦੋਹੇ ਦਿਸ਼ ਸੁੰਦਰ ਚਮਰ ਟੁਲੇ ਹੈ। ਦੋਵੇਂ ਪਾਸੇ ਚੌਰ ਸਾਹਿਬ ਹੋ ਰਹੇ ਜੀ, ਦੋਵੇਂ ਪਾਸੇ। ਹੁਣ ਦੇ ਤੇ ਜਿਹੜੇ ਤਰਕੀ ਹੈ ਉਹ ਵੇਖੋ ਤਰਕ ਕਰ ਦੇਣਗੇ ਵੀ ਬਾਣੀ ਤੇ ਕਿਉਂ ਚੌਰ ਸਾਹਿਬ ਹੋ ਰਹੀ ਹੈ। ਪਿਆਰਿਓ, ਉਦੋਂ ਤੇ ਪੋਥੀਆਂ ਨੇ ਨਾ, ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤੇ ਨਹੀਂ ਨਾ ਹੈਗਾ, ਪਰ ਉਦੋਂ ਵੀ ਮਹਾਰਾਜ ਚੌਰ ਸਾਹਿਬ ਕਰਾ ਰਹੇ ਹੈ। ਇੱਕ ਨਹੀਂ ਕਰਾ ਰਹੇ, ਦੋ ਚੌਰ ਸਾਹਿਬ ਕਰਾ ਰਹੇ ਨੇ ਜੀ। ਹਾਂਜੀ, ਮੁਕਤਾ ਗਨ ਪਰ ਮਨਹੁ ਮਰਾਲ। ਹਾਂਜੀ, ਉਡਤ ਭ੍ਰਮਤ ਨਿਕਟ ਨਾ ਡਰ ਨਾਲ। ਕਹਿਣ ਲੱਗੇ ਜਿਵੇਂ ਮਾਨੋ ਮੋਤੀਆਂ ਉੱਤੇ ਹੰਸ ਨਹੀਂ ਉੱਡ ਰਹੇ ਹੁੰਦੇ ਜੀ, ਇਸੇ ਤਰ੍ਹਾਂ ਚੌਰ ਸਾਹਿਬ ਹੋ ਰਿਹਾ ਜੀ। ਚੌਰ ਸਾਹਿਬ ਕਰਨ ਵਾਲਾ ਸਿੱਖ ਸਿਆਣਾ ਹੋਵੇ, ਉੱਚਾ ਸੋਹਣਾ ਚੌਰ ਸਾਹਿਬ ਮਹਾਰਾਜ ਉੱਤੇ ਕਰੇ ਤੇ ਸੰਗਤ ਜੀ ਬਹੁਤ ਸੁੰਦਰ ਲੱਗਦਾ ਹੈ। ਐਸਾ ਚੌਰ ਸਾਹਿਬ ਹੋ ਰਿਹਾ ਜਿਵੇਂ ਹੰਸ ਉਡਾਰੀਆਂ ਮਾਰ ਰਹੇ ਹੋਣ ਜੀ। ਹਾਂਜੀ, ਸਿੱਖ ਸੰਗਤ ਲੈ ਫੂਲਨ ਮਾਲਾ। ਸਿੱਖ ਸੰਗਤਾਂ ਨੇ ਫੁੱਲਾਂ ਦੀਆਂ ਮਾਲਾਵਾਂ ਤਿਆਰ ਕੀਤੀਆਂ ਨੇ। ਹਾਂਜੀ, ਲੜਕਾਈ ਚੌ ਦਿਸ਼ਨ ਵਿਸਾਲਾ। ਤੇ ਚਾਰੇ ਪਾਸੇ ਉਹ ਲੜਕਾਈਆਂ ਹੋਈਆਂ ਹਨ, ਲਟਕਾਈਆਂ ਹੋਈਆਂ ਹਨ ਜੀ ਪਾਲਕੀ ਸਾਹਿਬ ਦੇ। ਭਾਵ ਅੱਜ ਵੀ ਜਦੋਂ ਹਰਿਮੰਦਰ ਸਾਹਿਬ ਸਵੇਰੇ ਪਾਲਕੀ ਸਾਹਿਬ 'ਚ ਸੱਚੇ ਪਾਤਸ਼ਾਹ ਜਾਂਦੇ ਆ, ਉਹਨੂੰ ਫੁੱਲਾਂ ਨਾਲ ਸਜਾਇਆ ਹੁੰਦਾ ਹੈ ਜੀ। ਹਾਂਜੀ, ਧੂਪ ਤੁਖਾਵਤ ਜਾਤ ਅਗਾਰੀ। ਅੱਗੇ ਅੱਗੇ ਧੂਫ ਦਿਖਾਉਂਦੇ ਹੋਏ ਜਾ ਰਹੇ ਨੇ ਜੀ, ਤਾਂ ਕਿ ਰਸਤੇ ਵਿੱਚ ਕਿਸੇ ਵੀ ਦੁਰਗੰਧੀ ਦਾ ਅਸਰ ਨਾ ਪਵੇ ਜੀ। ਧੂਫ ਦਿਖਾਉਂਦੇ ਹੋਏ ਅੱਗੇ ਅੱਗੇ ਜਾ ਰਹੇ ਨੇ ਜੀ। ਹਾਂਜੀ, ਧੁਨ ਮਿਲ ਜੈ ਜੈਕਾਰ ਉਚਾਰੀ। ਤੇ ਸਭ ਜੈ ਜੈਕਾਰਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਕਰ ਰਹੇ ਨੇ। ਉੱਚੇ ਧੁਨ ਵਿੱਚ ਜੈ ਘੋਸ਼ ਹੋ ਰਿਹਾ। ਹੁਣ ਧਿਆਨ ਨਾਲ ਸੁਣਿਓ। ਚਲੋ ਇੱਥੇ ਤਾਂ ਅਸੀਂ ਇੰਝ ਹੀ ਕਰਦੇ ਹਾਂ, ਉਂਝ ਵੀ ਕਥਾ ਦੂਰ ਦੂਰ ਤੱਕ ਜਾ ਰਹੀ ਹੈ। ਸੰਗਤਾਂ ਇਸ ਗੱਲ ਵੱਲ ਧਿਆਨ ਦੇਣ। ਹੁਣ ਅੱਗੇ ਧੂਫ ਲੈ ਕੇ ਚੱਲੀਏ, ਲੋਕ ਕਹਿਣਗੇ ਇਹਨਾਂ ਨੂੰ ਕੀ ਹੋ ਗਿਆ। ਪਰ ਜਦੋਂ ਬਾਜ਼ਾਰ ਵਿੱਚੋਂ ਜਾਣਾ ਹੈ, ਮਹਾਰਾਜ ਜੀ ਦੇ ਸਰੂਪ ਨੇ, ਤੇ ਤੁਸੀਂ ਅੰਦਾਜ਼ਾ ਲਾਓ ਵੀ ਰਸਤੇ ਵਿੱਚ ਕਈ ਪ੍ਰਕਾਰ ਦੇ ਮਨੁੱਖ ਤੇ ਕਈ ਪ੍ਰਕਾਰ ਦਾ ਉੱਥੇ ਮਾਹੌਲ ਹੁੰਦਾ ਹੈ ਜੀ। ਤੇ ਅੱਜ ਕੱਲ੍ਹ ਪਰਫਿਊਮ, ਸੈਂਟ, ਅਲਕੋਹਲ ਤੋਂ ਰਹਿਤ ਵੀ ਵਧੀਆ ਵਧੀਆ ਮਿਲਦੇ ਨੇ ਸੰਗਤ ਜੀ। ਉਹ ਅੱਗੇ ਅੱਗੇ ਬੰਦਾ ਛਿੜਕਦਾ ਜਾਵੇ ਜੀ।
ਤਾਂ ਕਿ ਸੁਗੰਧੀ ਆਵੇ, ਕੋਈ ਦੁਰਗੰਧੀ ਵਾਲਾ ਮਾਹੌਲ ਨਾ ਹੋਵੇ ਜੀ। ਇਹ ਸਾਰੀਆਂ ਗੱਲਾਂ ਸਿੱਖਣੀਆਂ ਨੇ ਆਪਾਂ ਜੀ। ਗੱਜ ਕੇ ਆਖੋ ਵਾਹਿਗੁਰੂ। ਗੱਜ ਕੇ ਵਾਹਿਗੁਰੂ। ਬਹੁਤ ਪ੍ਰੇਮ ਨਾਲ ਪਾਲਕੀ ਸਾਹਿਬ ਜਾ ਰਹੀ ਹੈ, ਅੱਗੇ ਅੱਗੇ ਧੂਫ ਧੁਖਦਾ ਜਾ ਰਿਹਾ ਹੈ ਜੀ। ਹਾਂਜੀ। ਹੋਤ ਭਇਓ ਸੰਖਨ ਕੋ ਸ਼ੋਰਾ। ਤੇ ਸੰਗਤ ਦੀ ਸੰਖ ਵੀ ਵੱਜ ਰਹੇ ਆ, ਸੰਖ ਪੂਰੇ ਜਾ ਰਹੇ ਨੇ। ਹਾਂਜੀ। ਕਰਹਿ ਕੀਰਤਨ ਮਿਲ ਮਿਲ ਜੋਰਾ। ਤੇ ਜ਼ੋਰ ਲਾ ਲਾ ਕੇ ਉੱਚੀ ਉੱਚੀ ਬੋਲ ਕੇ ਸਾਰੇ ਕੀਰਤਨ ਕਰ ਰਹੇ ਨੇ ਜੀ। ਹਾਂਜੀ। ਲਗ ਦੁੰਦਬ ਮਿਲ ਸੰਗ ਨਫੀਰਾ। ਛੋਟੇ ਛੋਟੀਆਂ ਦੁੰਦਬੀਆਂ ਨਫੀਰੀਆਂ ਉਹ ਵੱਜ ਰਹੀਆਂ ਨੇ ਜੀ। ਹਾਂਜੀ। ਕਰਤ ਬਜਾਵਨ ਭੀ ਵੱਡ ਭੀਰਾ। ਤੇ ਸੰਗਤ ਜੀ ਲੋਕ ਬਹੁਤ ਪ੍ਰੇਮ ਨਾਲ ਵਜਾ ਰਹੇ ਨੇ, ਬਾਣੀ ਦੀ ਜੈ ਜੈਕਾਰ ਕਰ ਰਹੇ ਨੇ, ਗੁਰੂ ਜੀ ਦੀ ਜੈ ਜੈਕਾਰ ਕਰ ਰਹੇ ਨੇ। ਹਾਂਜੀ। ਇਮ ਉਤਸਾਹ ਕਰਤ ਗੁਰ ਚਾਲੇ। ਬੜੇ ਉਤਸ਼ਾਹ ਨਾਲ ਸੱਚੇ ਪਾਤਸ਼ਾਹ ਸਮੇਤ ਸੰਗਤਾਂ ਦੇ ਉਸ ਅਸਥਾਨ ਵੱਲ ਜਾ ਰਹੇ ਹਨ। ਹਾਂਜੀ। ਗਮਨੇ ਸਿੱਖ ਸੋ ਪ੍ਰੇਮ ਵਿਸਾਲੇ। ਗੱਜ ਕੇ ਆਖੋ ਵਾਹਿਗੁਰੂ। ਸਿੱਖਾਂ ਦੇ ਹਿਰਦਿਆਂ 'ਚ ਬੜਾ ਪ੍ਰੇਮ ਹੈ ਜੀ। ਪ੍ਰੇਮ ਨਾਲ ਭਰੇ ਪਏ ਨੇ ਸਿੱਖ, ਭਾਗਾਂ ਵਾਲੇ ਜਿਹੜੇ ਨੇ ਨਾ, ਪ੍ਰੇਮ ਨਾਲ ਭਰੇ ਪਏ ਨੇ। ਤੇ ਸੰਗਤ ਜੀ ਉਹ ਨਾਲ ਨਾਲ ਜਾ ਰਹੇ ਨੇ। ਹਾਂਜੀ। ਸਨੇ ਸਨੇ ਤਿਸ ਥਾਨ ਪਹੁੰਚੇ। ਹੌਲੀ ਹੌਲੀ ਕਰਦਿਆਂ ਕਰਦਿਆਂ ਉਸ ਜਗ੍ਹਾ ਤੇ ਪਹੁੰਚ ਗਏ ਜੀ। ਹਾਂਜੀ। ਚਲ ਦਲ ਸਦਲ ਝੁਲਤ ਨਹਿ ਉੱਚੇ। ਜਿੱਥੇ ਪਿੱਪਲ ਉੱਚੇ ਉੱਚੇ ਪਿੱਪਲ ਨੇ, ਹੋਰ ਕਈ ਪ੍ਰਕਾਰ ਦੇ ਰੁੱਖ ਜਿਹੜੇ ਆ ਉਹ ਸ਼ੋਭਾ ਪਾ ਰਹੇ ਨੇ ਜੀ। ਹਾਂਜੀ। ਸੁੰਦਰ ਚਹੁ ਦਿਸ਼ ਬਨਿਓ ਨਿਹਾਰਾ। ਚਾਰੇ ਪਾਸੇ ਮਹਾਰਾਜ ਨੇ ਵੇਖਿਆ, ਗੁਰਸਿੱਖਾਂ ਨੇ ਰਲ ਕੇ ਬਹੁਤ ਸੋਹਣੀ ਤਿਆਰੀ ਕੀਤੀ ਹੈ ਜੀ, ਸੁੰਦਰ ਤਿਆਰੀ ਕੀਤੀ ਹੈ। ਹਾਂਜੀ। ਲਪਟੈ ਛੁਟਤ ਅਧਿਕ ਮਹਿਕਾਰਾ। ਖੁਸ਼ਬੂ ਦੀਆਂ ਲਪਟਾਂ ਮਹਿਕ ਰਹੀਆਂ ਨੇ ਜੀ, ਸੁਗੰਧੀ ਆ ਰਹੀ। ਇਸ ਰਸਤੇ ਤੇ ਸੁਗੰਧੀ ਦਾ ਵੀ ਅਸਰ ਹੈਗਾ ਜੀ। ਹਾਂਜੀ। ਅਧਿਕ ਪ੍ਰਸੰਨ ਭਏ ਪਿਖ ਸਾਰੇ। ਸਭ ਵੇਖ ਕੇ ਪ੍ਰਸੰਨ ਹੋਏ, ਇਕੱਲੇ ਮਹਾਰਾਜ ਨਹੀਂ ਖੁਸ਼ ਹੋਏ ਜੀ, ਸਿੱਖ ਸੰਗਤਾਂ ਵੇਖ ਕੇ ਵੀ ਖੁਸ਼ ਹੋਈਆਂ। ਬਹੁਤ ਸੋਹਣੀ ਤਿਆਰੀ ਕੀਤੀ ਇਹਨਾਂ ਨੇ। ਹਾਂਜੀ। ਅੰਤਰ ਖਾਸਾ ਦੀਨ ਉਤਾਰੇ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜਿੱਥੇ ਤੰਬੂ ਤੇ ਕਨਾਤ ਲੱਗੀ ਹੈ ਨਾ, ਉੱਥੇ ਮਹਾਰਾਜ ਨੇ ਪਾਲਕੀ ਸਾਹਿਬ ਸੁਭਾਏਮਾਨ ਕਰਾ ਦਿੱਤੀ ਜੀ ਜਾ ਕੇ। ਹਾਂਜੀ। ਖੁਸ਼ੀ ਕਰੀ ਉਪਰ ਗੁਰਦਾਸ। ਤੇ ਮਹਾਰਾਜ ਉੱਥੇ ਬੈਠ ਗਏ ਫਿਰ ਜੀ। ਗੱਜ ਕੇ ਆਖੋ ਵਾਹਿਗੁਰੂ। ਗੱਜ ਕੇ ਵਾਹਿਗੁਰੂ। ਆ ਪੱਖਾ ਬੰਦ ਕਰ ਦਿਓ। ਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਨਾ ਜੀ ਭਾਈ ਗੁਰਦਾਸ ਜੀ ਤੇ ਬੜੀ ਖੁਸ਼ੀ ਕੀਤੀ ਜੀ, ਬੜੀ ਰਹਿਮਤ ਕੀਤੀ ਭਾਈ ਗੁਰਦਾਸ ਜੀ ਤੇ। ਹਾਂਜੀ। ਬੈਠੇ ਸਤਿਗੁਰ ਧਰੇ ਹੁਲਾਸ। ਮਹਾਰਾਜ ਵੀ ਬੈਠ ਗਏ, ਸੰਗਤਾਂ ਵੀ ਬੈਠ ਗਈਆਂ, ਤੇ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਜੀ ਸਾਰੇ ਬੈਠ ਗਏ। ਤੇ ਖੁਸ਼ੀ ਬੜੀ ਹੈ, ਚਾਅ ਬੜਾ ਜੀ ਸਾਰਿਆਂ ਦੇ ਮਨ ਵਿੱਚ। ਹਾਂਜੀ। ਸਿੱਖ ਸੰਗਤ ਬੈਠੇ ਤਿਸ ਥਾਨ। ਸਿੱਖ ਸੰਗਤਾਂ ਵੀ ਸਾਰੀਆਂ ਬੈਠ ਗਈਆਂ ਜੀ। ਹਾਂਜੀ। ਗੁਰ ਕੇ ਚਹੁ ਦਿਸ਼ ਲਗਿਓ ਦੀਵਾਨ। ਉੱਥੇ ਫਿਰ ਪਹਿਲਾ ਦੀਵਾਨ ਲੱਗਾ ਜੀ ਰਾਮਸਰ ਸਾਹਿਬ ਦੀ ਜੀ ਧਰਤੀ ਤੇ ਜੀ। ਬਹੁਤ ਸੁੰਦਰ ਦੀਵਾਨ ਲੱਗਾ। ਸਮੁਖ ਸਥਾਨ ਨੰਬਰ ਕੁਛ ਨੀਰਾ। ਹੁਣ ਸਾਹਮਣੇ ਪਹਿਲਾਂ ਹੀ ਜਗ੍ਹਾ ਨੀਵੀਂ ਸੀ ਤੇ ਉੱਥੇ ਜਲ ਰੁਕਿਆ ਹੋਇਆ ਸੀਗਾ ਜੀ। ਗੱਜ ਕੇ ਆਖੋ ਵਾਹਿਗੁਰੂ। ਠੀਕ ਉਸੇ ਤਰ੍ਹਾਂ ਜਿਵੇਂ ਹਰਮੰਦਰ ਸਾਹਿਬ ਦੇ ਸਰੋਵਰ ਦੀ ਜਗ੍ਹਾ ਪਹਿਲਾਂ ਹੀ ਨੀਵੀਂ ਸੀ, ਥੋੜਾ ਜਲ ਪਹਿਲਾਂ ਹੀ ਟਿਕਿਆ ਸੀਗਾ, ਕਿਉਂ ਇਹ ਵੀ ਸਰੋਵਰ ਪਿੱਛੋਂ ਹੀ ਆਇਆ ਹੈ ਨਾ, ਪਹਿਲਾਂ ਦਾ ਹੀ ਬਣਿਆ। ਇੱਥੇ ਵੀ ਪਹਿਲਾਂ ਹੀ ਇੱਕ ਜਗ੍ਹਾ ਨੀਵੀਂ ਹੈ, ਉੱਥੇ ਜਲ ਟਿਕਿਆ। ਹਾਂਜੀ। ਤਿਸ ਪਿਖ ਬੋਲੇ ਸਤਿਗੁਰ ਧੀਰਾ। ਸੱਚੇ ਪਾਤਸ਼ਾਹ ਮਹਾਰਾਜ ਨੇ ਉਸ ਵੱਲ ਦੇਖ ਕੇ ਨਾ ਧੀਰਜਵਾਨ ਸੱਚੇ ਪਾਤਸ਼ਾਹ ਬਚਨ ਕਰਨ ਲੱਗੇ ਜੀ। ਹਾਂਜੀ। ਨਿਜ ਦਾਸਨ ਕੇ ਹਿਤ ਕਲਿਆਣ। ਆਪਣੇ ਸੇਵਕਾਂ ਦੇ ਕਲਿਆਣ ਵਾਸਤੇ, ਸਾਡੇ ਭਲੇ ਵਾਸਤੇ ਮਹਾਰਾਜ ਬਚਨ ਕਰਨ ਲੱਗੇ। ਅਲਪ ਰਚਹੋ ਸਰ ਸੁੰਦਰ ਥਾਨ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿਣ ਲੱਗੇ ਜਗ੍ਹਾ ਨੀਵੀਂ ਹੈ, ਜਲ ਵੀ ਟਿਕਿਆ
ਤੇ ਲਾਗੇ ਲਾਗੇ ਹੋਰ ਪਟਾਈ ਕਰ ਦਿਓ, ਸਰੋਵਰ ਬਣ ਜਾਏਗਾ। ਕਹਿਣ ਲੱਗੇ 5 ਸਰੋਵਰ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਜੀ। ਹਾਂਜੀ, ਜਿਤਿਕ ਨਿਕਾਸਹਿ ਕਾਰ ਇਹਾਂ ਕੀ। ਤੀਜਾ ਸਰੋਵਰ ਇਹ ਹੈ। ਮਹਾਰਾਜ ਕਹਿਣ ਲੱਗੇ ਇੱਥੋਂ ਮਿੱਟੀ ਪੁੱਟੋ ਲਾਗੋਂ ਲਾਗੋਂ। ਮਹਾਰਾਜ ਕਹਿਣ ਲੱਗੇ ਥੱਲੋਂ ਗਾਰ ਕੱਢੋ। ਹਾਂਜੀ, ਤਿਤਕ ਮਲਿਨਤਾ ਨਾਸਹਿ ਤਾਂ ਕੀ। ਗੱਜ ਕੇ ਆਖੋ ਵਾਹਿਗੁਰੂ। ਸੱਚੇ ਪਾਤਸ਼ਾਹ ਜੀ ਦਇਆ ਦੇ ਘਰ ਵਿੱਚ ਆਏ। ਮਹਾਰਾਜ ਨੇ ਬਚਨ ਕੀਤਾ, ਭਾਈ ਜਿੰਨਾ ਕੋਈ ਇੱਥੇ ਪ੍ਰੇਮ ਨਾਲ ਸੇਵਾ ਕਰਕੇ ਗਾਰ ਕੱਢੇਗਾ ਉਹਦੇ ਅੰਦਰ ਦਾ ਗਾਰਾ ਸਾਫ਼ ਹੋਏਗਾ। ਕਹਿਣ ਲੱਗੇ ਉਹਦਾ ਮਨ ਉਹਨਾਂ ਪਵਿੱਤਰ ਹੋਏਗਾ। ਸੰਗਤ ਜੀ, ਅੱਜ ਵੀ ਗੁਰੂ ਘਰ ਦੇ ਸਰੋਵਰਾਂ ਦੀ ਜਦੋਂ ਸੇਵਾ ਹੁੰਦੀ ਹੈ, ਗਾਰ ਕੱਢੀ ਜਾਂਦੀ ਹੈ, ਸਿੱਖ ਸੰਗਤਾਂ ਦਾ ਚਾਅ ਵੇਖ ਕੇ ਬੰਦਾ ਨਿਹਾਲ ਹੋ ਜਾਂਦਾ ਹੈ ਜੀ। ਮਹਾਰਾਜ ਕਹਿਣ ਲੱਗੇ ਜਿੰਨਾ ਕੋਈ ਗਾਰਾ ਕੱਢੇਗਾ ਨਾ, ਉਨੀ ਉਹਦੇ ਅੰਦਰ ਦੀ ਮੈਲ ਦੂਰ ਹੋਏਗੀ। ਹਾਂਜੀ, ਸੇਵਾ ਕਰਹਿ ਤੀਰਥਨ ਕੇਰੀ। ਭਾਈ ਤੀਰਥਾਂ ਦੀ ਜਿਹੜੇ ਸੇਵਾ ਕਰਦੇ ਨੇ, ਹਾਂਜੀ, ਦੋਹੇ ਲੋਕਨ ਲਹਿ ਸ਼੍ਰੇਅ ਕਨੇਰੀ। ਦੋਵਾਂ ਲੋਕਾਂ ਵਿੱਚ ਸੁੱਖ ਮਿਲਦਾ ਤੇ ਕਲਿਆਣ ਹੁੰਦਾ ਉਹਦਾ। ਦਾ ਕਹਿਣ ਲੱਗੇ ਜਿਹੜੇ ਤੀਰਥਾਂ ਦੇ ਉੱਤੇ ਜਾ ਕੇ ਸੇਵਾ ਕਰਦੇ ਆ। ਹੁਣ ਵੇਖ ਲਓ, ਤੀਰਥਾਂ ਨੂੰ ਭੰਡਦੇ ਤੇ ਬਹੁਤ ਲੋਕ ਨੇ। ਸਾਧ ਸੰਗਤ ਜੀ, ਤੀਰਥਾਂ ਦਾ ਆਪਣੀ ਜਗ੍ਹਾ ਤੇ ਮਹਾਤਮ ਵੀ ਹੈਗਾ ਜੀ। ਖਾਸ ਕਰਕੇ ਗੁਰ ਅਸਥਾਨਾਂ ਦਾ, ਜਿੱਥੇ ਮਹਾਰਾਜ ਨੇ ਚਰਨ ਪਾਏ ਹੋਣ, ਜਿੱਥੇ ਮਹਾਰਾਜ ਨੇ ਆਪ ਸਰੋਵਰ ਬਣਾਏ ਹੋਣ, ਉਹਨਾਂ ਸਥਾਨਾਂ ਦੀ ਤੇ ਮਹਿਮਾ ਹੀ ਬਹੁਤ ਹੈ ਜੀ। ਹਾਂਜੀ, ਸ਼੍ਰੀ ਅਰਜਨ ਕੋ ਸੁਨ ਫੁਰਮਾਵਨ। ਸੰਗਤਾਂ ਨੇ ਮਹਾਰਾਜ ਜੀ ਦਾ ਹੁਕਮ ਜਦੋਂ ਸੁਣਿਆ, ਸੰਗਤ ਉਠੀ ਕਾਰ ਨਿਕਸਾਵਨ। ਬਸ ਉਸੇ ਵੇਲੇ ਹੀ 7 ਵਜਨ ਕਰਕੇ ਸੰਗਤਾਂ ਨੇ ਸੇਵਾ ਸ਼ੁਰੂ ਕਰ ਦਿੱਤੀ ਜੀ। ਕੈਸੀ ਸੇਵਾ ਸ਼ੁਰੂ ਕੀਤੀ ਜੀ? ਉਹ ਸਰੋਵਰ ਤੇ ਪਹਿਲਾਂ ਹੀ ਹੈ, ਉਹਨੂੰ ਥੋੜਾ ਹੋਰ ਵੱਡਾ ਕਰ ਦਿੱਤਾ ਜੀ। ਹਾਂਜੀ, ਏਕ ਜਾਮ ਲੋ ਕਰੀ ਨਿਕਾਸਨ। ਇੱਕ ਪੈਰ ਤੱਕ ਗਾਰ ਕੱਢੀ ਜੀ। ਲਾਗੋ ਲਾਗੋ ਮਿੱਟੀ ਪੁੱਟਦੇ ਗਏ, ਗਾਰ ਕੱਢਦੇ ਗਏ ਜੀ। ਲਗਭਗ 3 ਸਵਾ 3 ਘੰਟੇ ਜੀ। ਹਾਂਜੀ, ਰਚਿਓ ਅਲਪ ਸਰ ਮਿਲ ਬਹੁ ਦਾਸਨ। ਤੇ ਉੱਥੇ ਸੰਗਤਾਂ ਬਹੁਤ ਸਨ। ਤੇ ਸਾਧ ਸੰਗਤ ਜੀ ਇੱਕ ਛੋਟਾ ਸਰੋਵਰ ਰਚ ਲਿਆ ਮਹਾਰਾਜ ਨੇ ਜੀ। ਹਾਂਜੀ, ਪਿਖ ਸੰਧਿਆ ਸਭ ਗੁਰੂ ਹਟਾਏ। ਸ਼ਾਮ ਪੈ ਗਈ ਜੀ। ਮਹਾਰਾਜ ਨੇ ਕਹਿ ਦਿੱਤਾ ਵੀ ਭਾਈ ਬਸ ਕਰੋ ਹੁਣ। ਹਾਂਜੀ, ਸੰਗਤ ਥਿਤ ਹੋਏ ਬਾਕ ਅਲਾਏ। ਤੇ ਸੰਗਤ ਵਿੱਚ ਬੈਠ ਕੇ ਮਹਾਰਾਜ ਨੇ ਬਚਨ ਕੀਤਾ। ਸਭ ਸੰਗਤਾਂ ਬੈਠ ਗਈਆਂ। ਸਰੋਵਰ ਦੀ ਪੁਟਾਈ ਹੋ ਗਈ। ਪਾਲਕੀ ਸਾਹਿਬ ਦੇ ਲਾਗੇ ਸੰਗਤਾਂ ਬੈਠ ਗਈਆਂ ਹੱਥ ਧੋ ਕੇ। ਮਹਾਰਾਜ ਨੇ ਬਚਨ ਕੀਤਾ, ਧਿਆਨ ਨਾਲ ਸੁਣਿਓ ਜੀ। ਗੱਜ ਕੇ ਆਖੋ ਵਾਹਿਗੁਰੂ। ਗੱਜ ਕੇ ਵਾਹਿਗੁਰੂ। ਹਾਂਜੀ, ਸ਼੍ਰੀ ਗੁਰ ਜੀ ਤੀਰਥ ਇਸ ਕੇਰਾ। ਹਾਂਜੀ, ਧਰਹੁ ਨਾਮ ਹੋਏ ਬਿਦਤ ਬਡੇਰਾ। ਮਹਾਰਾਜ ਸੱਚੇ ਪਾਤਸ਼ਾਹ ਬੜੇ ਪ੍ਰਸੰਨ ਹੋਏ ਜੀ। ਬੜੇ ਪ੍ਰਸੰਨ ਬੈਠੇ ਬਚਨ ਕਰਨ ਦੇ ਆ। ਸੰਗਤਾਂ ਨੇ ਫਿਰ ਮਹਾਰਾਜ ਨੂੰ ਬੇਨਤੀ ਕੀਤੀ ਜੀ। ਕੀ ਬੇਨਤੀ ਕੀਤੀ? ਸੰਗਤਾਂ ਕਹਿਣ ਲੱਗੀਆਂ, ਮਹਾਰਾਜ ਤੁਸਾਂ ਸਰੋਵਰ ਬਣਵਾਇਆ, ਤੀਰਥ ਬਣਵਾਇਆ, ਮਹਾਰਾਜ ਕਿਰਪਾ ਕਰੋ, ਇਹਦਾ ਨਾਮ ਕੀ ਰੱਖਣਾ ਮਹਾਰਾਜ? ਕਿਸ ਨਾਮ ਨਾਲ ਬੁਲਾਈਏ ਇਹਨੂੰ? ਕਿਉਂ ਇੱਕ ਦਾ ਨਾਮ ਸੰਤੋਖ ਸਰ ਰੱਖਿਆ, ਜਿੱਥੇ ਇਸ਼ਨਾਨ ਕਰਕੇ ਸੰਤੋਖ ਦੀ ਪ੍ਰਾਪਤੀ ਹੁੰਦੀ ਹੈ। ਮਹਾਰਾਜ ਇਸ ਸਰੋਵਰ ਦਾ ਕੀ ਨਾਮ ਰੱਖਣਾ ਹੈ? ਸੁਨ ਬੁੱਢੇ ਕੋ ਬੂਝਨ ਠਾਨਾ। ਆਖੋ ਵਾਹਿਗੁਰੂ। ਵਾਹਿਗੁਰੂ। ਸੰਗਤ ਦੀ ਬਾਬਾ ਬੁੱਢਾ ਸਾਹਿਬ ਜੀ ਦੀ ਬਹੁਤ ਵੱਡੀ ਭੂਮਿਕਾ ਜੇ ਸਿੱਖ ਧਰਮ ਵਿੱਚ। ਮਹਾਰਾਜ ਨੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਪੁੱਛਿਆ ਜੀ। ਹਾਂਜੀ, ਕੌਣ ਨਾਮ ਇਸ ਕਰਹਿ ਬਖਾਨਾ। ਬਾਬਾ ਜੀ ਇਸ ਸਰੋਵਰ ਦਾ ਕੀ ਨਾਮ ਰੱਖੀਏ? ਕਹਿਣ ਲੱਗੇ, ਬਾਬਾ ਜੀ ਤੁਸੀਂ ਦੱਸੋ। ਕਹਿਣ ਲੱਗੇ, ਹਾਂਜੀ, ਹੋਏ ਸਾਰਥ ਫਲਦਾਇਕ ਭਾਰੀ। ਹੋਏ ਸਾਰਥ ਫਲਦਾਇਕ ਭਾਰੀ। ਜਿਹੜਾ ਨਾਮ ਰੱਖਣਾ ਨਾ ਬਾਬਾ ਜੀ, ਉਹਦੇ ਅਰਥ ਵੀ ਨਿਕਲਦੇ ਹੋਣ। ਕਹਿਣ ਲੱਗੇ ਤਾਂ ਕਿ ਸੰਗਤਾਂ ਨੂੰ ਇਸ਼ਨਾਨ ਕਰਕੇ ਭਾਰੀ ਫਲ ਪ੍ਰਾਪਤ ਹੋਵੇ ਇੱਥੇ। ਹਾਂਜੀ, ਮੱਜਤ ਅਗ ਕੀ ਮੈਲ ਉਤਾਰੀ। ਤੇ ਇੱਥੇ ਫਿਰ ਇਸ਼ਨਾਨ ਕਰਕੇ ਪਾਪ ਦੂਰ ਹੋਣ।
ਮੱਜਤ ਅਗ ਕੀ ਮੈਲ ਉਤਾਰੀ, ਪਾਪਾਂ ਦੀ ਮੈਲ ਦੂਰ ਹੋਵੇ ਇੱਥੇ ਇਸ਼ਨਾਨ ਕਰਕੇ। ਹਾਂਜੀ, ਸ਼੍ਰੀ ਗੁਰ ਤੁਮ ਸਰਬੱਗ ਵਿਸਾਲਾ। ਤੇ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਇਹ ਥੋੜੀ ਵੀ ਬਾਬਾ ਬੁੱਢਾ ਜੀ ਨੇ ਉਸੇ ਵੇਲੇ ਫੈਸਲਾ ਦੇ ਦਿੱਤਾ ਜੀ। ਬਾਬਾ ਜੀ ਹੱਥ ਜੋੜ ਕੇ ਕਹਿਣ ਲੱਗੇ, ਮਹਾਰਾਜ ਆਪ ਜੀ ਮਹਾਰਾਜ ਹਰ ਤਰ੍ਹਾਂ ਕਰਕੇ ਸਮਰੱਥ ਹੋ, ਹਰ ਤਰ੍ਹਾਂ ਕਰਕੇ ਆਪ ਜੀ ਸਮਰੱਥ ਹੋ। ਲਖੋ ਬਿਰਤਾਂਤ ਜੋ ਹੋਏ ਤ੍ਰੈ ਕਾਲਾ। ਗਰੀਬ ਨਵਾਜ ਸਭ ਤੁਹਾਨੂੰ ਪਤਾ ਵੀ ਤਿੰਨਾਂ ਕਾਲਾਂ ਤਿੰਨਾਂ ਸਮਿਆਂ 'ਚ ਕੀ ਹੋਣਾ ਹੈ। ਬੀਤ ਚੁੱਕੇ ਸਮੇਂ 'ਚ ਕੀ ਹੋਇਆ, ਹੁਣ ਕੀ ਹੋ ਰਿਹਾ, ਆਉਣ ਵਾਲੇ ਸਮੇਂ ਵਿੱਚ ਕੀ ਹੋਣਾ, ਮਹਾਰਾਜ ਆਪ ਜੀ ਨੂੰ ਪਤਾ ਸਾਰੀ ਗੱਲ ਦਾ। ਹਾਂਜੀ, ਰਾਵਰ ਅਛਤ ਨਾ ਸਮਰੱਥ ਕਾਹੂ। ਮਹਾਰਾਜ ਤੁਹਾਡੇ ਤੋਂ ਵੱਧ ਸਿਆਣਾ ਹੋਰ ਕੌਣ ਹੈਗਾ? ਕਹਿਣ ਲੱਗੇ ਕੌਣ ਹੋਰ ਸਿਆਣਾ ਹੈਗਾ ਮਹਾਰਾਜ? ਹਾਂਜੀ, ਧਰਹੁ ਨਾਮ ਜਿਮ ਹੋਏ ਮਨ ਮਾਹੂ। ਤੇ ਮਹਾਰਾਜ ਮੈਂ ਕੀ ਨਾਮ ਰੱਖ ਸਕਦਾ ਹੈ? ਸੱਚੇ ਪਾਤਸ਼ਾਹ ਜੋ ਤੁਹਾਡੇ ਮਨ 'ਚ ਚੰਗਾ ਲੱਗਦਾ ਉਹ ਨਾਮ ਤੁਸੀਂ ਆਪ ਹੀ ਰੱਖਦੇ ਹੋ। ਕਹਿਣ ਲੱਗੇ ਕਿੰਨਾ ਸਤਿਕਾਰ ਬਾਬਾ ਬੁੱਢਾ ਸਾਹਿਬ ਜੀ ਦਾ। ਗੱਜ ਕੇ ਆਖੋ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਸ਼੍ਰੀ ਅਰਜਨ ਸਭ ਸੁਨਤ ਉਚਾਰਾ। ਸੱਚੇ ਪਾਤਸ਼ਾਹ ਜੀ ਨੇ ਫਿਰ ਬਾਬਾ ਜੀ ਦਾ ਬਚਨ ਸੁਣ ਕੇ ਨਾ ਆਪਣੇ ਮੁਖੋਂ ਬਚਨ ਕੀਤਾ ਜੀ। ਪੰਚ ਬਟੀ ਥਿਤ ਰਾਮ ਉਦਾਰਾ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਜਿਵੇਂ ਪੰਚ ਬਟੀ ਕੱਲ ਵੀ ਦੱਸਿਆ ਸੀ, ਨਾਸਕ ਵਿੱਚ ਇੱਕ ਇਕਾਂਤ ਥਾਂ ਸੀਗੀ ਜਿੱਥੇ ਸ਼੍ਰੀ ਰਾਮ ਚੰਦਰ ਰਹੇ ਜੀ। ਮਹਾਰਾਜ ਕਹਿਣ ਲੱਗੇ ਜਿਵੇਂ ਪੰਚ ਬਟੀ ਹੈ। ਹਾਂਜੀ, ਇਹਾਂ ਰਾਮ ਕੋ ਨਾਮ ਸੋਬਾਸਾ। ਪੰਚ ਬਟੀ ਥਿਤ ਰਾਮ ਉਦਾਰਾ, ਉਥੇ ਰਾਮ ਚੰਦਰ ਜੀ ਰਹੇ ਹੈ। ਗੱਜ ਕੇ ਆਖੋ ਵਾਹਿਗੁਰੂ। ਪੰਚ ਬਟੀ ਵਿੱਚ ਰਾਮ ਚੰਦਰ ਜੀ ਰਹੇ ਨੇ। ਇੱਥੇ ਖੁਦ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੇ ਰਹਿਣਾ ਹੈ। ਕਹਿਣ ਲੱਗੇ ਇੱਥੇ ਰਾਮ ਦੇ ਨਾਮ ਨੇ ਰਹਿਣਾ ਹੈ। ਹਾਂਜੀ, ਰਚਹਿ ਗ੍ਰੰਥ ਸਾਹਿਬ ਸੁਖ ਰਾਸਾ। ਰਚਹਿ ਬਿੰਦੀ ਲਾ ਕੇ ਪੜੋ। ਰਚਹਿ ਗ੍ਰੰਥ ਸਾਹਿਬ ਸੁਖ ਰਾਸਾ। ਇੱਥੇ ਸੁੱਖਾਂ ਦੀ ਰਾਸ, ਜਿਨ੍ਹਾਂ ਤੋਂ ਬੜੇ ਹੀ ਸੁੱਖ ਮਿਲਣੇ ਤੇ ਸਦਾ ਹੀ ਮਿਲਦੇ ਰਹਿਣੇ ਹੈ, ਗ੍ਰੰਥ ਸਾਹਿਬ ਜੀ ਨੂੰ ਰਚਣਾ ਹੈ। ਹੱਥ ਜੋੜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ। ਇਹ ਸੁੱਖਾਂ ਦੀ ਰਾਸ ਨੇ। ਆਖੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਹਾਂਜੀ, ਨਾਮ ਸੋ ਨਾਮੀ ਭੇਦ ਨਾ ਕੋਈ। ਸੱਚੇ ਪਾਤਸ਼ਾਹ ਗਰੀਬ ਨਵਾਜ ਕਹਿਣ ਲੱਗੇ ਇੱਥੇ ਰਾਮ ਦਾ ਨਾਮ ਹੈ ਤੇ ਬਾਬਾ ਜੀ ਨਾਮ ਵਿੱਚ ਤੇ ਨਾਮੀ 'ਚ ਫਰਕ ਕੋਈ ਨਹੀਂ। ਜਿੱਥੇ ਰੱਬ ਦਾ ਨਾਮ ਹੈ ਉੱਥੇ ਆਪ ਹੀ ਰੱਬ ਹੈ। ਕਹਿਣ ਲੱਗੇ ਹਾਂਜੀ, ਏਕ ਰੂਪ ਜਾਣਤ ਸਭ ਲੋਈ। ਸਭ ਦੁਨੀਆ ਜਾਣਦੀ ਹੈ, ਨਾਮ ਤੇ ਨਾਮੀ ਵਿੱਚ ਫਰਕ ਨਹੀਂ ਹੁੰਦਾ ਜੀ। ਹੁਣ ਵੇਖੋ ਨਾ ਜੀ, ਕਿਸੇ ਦਾ ਨਾਮ ਦਿਲਬਾਗ ਸਿੰਘ ਹੈ ਜੀ। ਹਾਂਜੀ, ਹੁਣ ਉਹਦਾ ਨਾਮ ਦਿਲਬਾਗ ਸਿੰਘ, ਉਹ ਦਿਲਬਾਗ ਸਿੰਘ ਹੀ ਹੈ ਨਾ, ਇੱਕੋ ਹੀ ਗੱਲ ਹੋ ਗਈ ਨਾ ਜੀ। ਅਸੀਂ ਇਹ ਥੋੜੀ ਕਵਾਂਗੇ ਸਰੀਰ ਹੋਰ ਹੈ ਦਿਲਬਾਗ ਹੋਰ, ਇੱਕੋ ਹੀ ਚੀਜ਼ ਹੈ ਜੀ ਉਹ। ਇਸੇ ਤਰ੍ਹਾਂ ਜਿੱਥੇ ਵਾਹਿਗੁਰੂ ਦਾ ਨਾਮ ਹੈ ਉੱਥੇ ਵਾਹਿਗੁਰੂ ਆਪ ਹੈ ਜੀ। ਹਾਂਜੀ, ਰਾਮ ਨਾਮ ਕੀ ਮਹਿਮਾ ਮਹਾ। ਵਾਹਿਗੁਰੂ ਜੀ ਦੇ ਰਾਮ ਨਾਮ ਦੀ ਬੜੀ ਵੱਡੀ ਮਹਿਮਾ ਮਹਾਰਾਜ ਕਹਿਣ ਲੱਗੇ। ਹਾਂਜੀ, ਰਚਹਿ ਗ੍ਰੰਥ ਸਾਹਿਬ ਜੀ ਅਹਾਂ। ਫਿਰ ਮਹਾਰਾਜ ਕਹਿਣ ਲੱਗੇ ਜਿਸ ਗ੍ਰੰਥ ਸਾਹਿਬ ਜੀ ਦੇ ਵਿੱਚ ਪਰਮੇਸ਼ਰ ਦੇ ਨਾਮ ਦੀ ਬੜੀ ਮਹਿਮਾ ਹੈ, ਉਹ ਗ੍ਰੰਥ ਸਾਹਿਬ ਵੀ ਇੱਥੇ ਹੀ ਰਚਣਾ ਹੈ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ, ਰਾਮਸਰ ਸਾਹਿਬ ਜੀ ਦੀ ਧਰਤੀ ਬਹੁਤ ਪਵਿੱਤਰ ਹੈ। ਕਿਉਂ? ਉੱਥੇ ਸਾਰੀ ਬਾਣੀ ਗੁਰੂ ਅਰਜਨ ਸਾਹਿਬ ਜੀ ਨੇ ਮੁਖੋਂ ਉਚਾਰੀ ਹੈ ਜੀ। ਹਾਂਜੀ, ਜਾਂਤੇ ਨਾਮ ਰਾਮ ਸਰ ਹੋਵਾ। ਇੱਥੇ ਰਾਮ ਦਾ ਆਪਣਾ ਹੀ ਵਾਸਾ ਹੈ, ਪਰਮੇਸ਼ਰ ਦਾ। ਇਸ ਕਰਕੇ ਇਸ ਸਰੋਵਰ ਦਾ ਨਾਮ ਰਾਮ ਸਰ ਹੈ। ਸਰ ਦਾ ਮਤਲਬ ਸਰੋਵਰ, ਰਾਮ ਦਾ ਸਰੋਵਰ। ਰਾਮ ਦਾ ਅਰਥ ਸ਼੍ਰੀ ਰਾਮਚੰਦਰ ਨਹੀਂ, ਉਹ ਅਵਤਾਰ ਹਨ। ਰਾਮ ਦਾ ਅਰਥ ਹੈ ਆਪ ਕਰਤਾ ਪੁਰਖ ਵਾਹਿਗੁਰੂ, ਜਿਹਨੂੰ ਮਹਾਰਾਜ ਕਹਿੰਦੇ ਆਗੈ ਜਮਦਲ ਬਿਖਮ ਘਣਾ,
ਸ੍ਰੀ ਰਾਮ ਨਾਮਾ ਉਚਰ ਮਨਾ। ਉਸ ਰਾਮ ਦੀ ਗੱਲ ਹੈ। ਹਾਂਜੀ, ਪਾਤਕ ਘਾਤਕ ਮੱਜਤ ਜੋਵਾ। ਮਹਾਰਾਜ ਕਹਿਣ ਲੱਗੇ ਜਿਹੜਾ ਇਸ਼ਨਾਨ ਕਰੇਗਾ ਉਹਦੇ ਪਾਪ ਦੂਰ ਹੋਣਗੇ। ਇਹ ਜਗ੍ਹਾ ਬੜੇ ਪ੍ਰਤਾਪ ਵਾਲੀ ਹੋਏਗੀ ਕਹਿਣ ਲੱਗੇ। ਹਾਂਜੀ, ਸੁਨ ਸੰਗਤ ਸਗਰੀ ਹਰ ਖਾਈ। ਸਭ ਸੰਗਤਾਂ ਮਹਾਰਾਜ ਜੀ ਦੇ ਮੁਖੋਂ ਰਾਮਸਰ ਜੀ ਦਾ ਨਾਮ ਸੁਣ ਕੇ ਖੁਸ਼ ਹੋਈਆਂ ਜੀ। ਹਾਂਜੀ, ਹਾਥ ਜੋੜ ਕਰ ਗਰੀਬ ਨਿਵਾਈ। ਲਓ ਜੀ, ਆਪਾਂ ਵੀ ਹੱਥ ਜੋੜ ਕੇ ਸਿਰ ਨਵਾ ਕੇ ਕਹੀਏ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਹੱਥ ਜੋੜ ਕੇ ਸੰਗਤਾਂ ਨੇ ਨਮਸਕਾਰ ਕੀਤੀ ਮਹਾਰਾਜ ਨੂੰ। ਮਹਾਰਾਜ ਸਾਡੇ ਭਲੇ ਵਾਸਤੇ ਤੁਸੀਂ ਸਭ ਕੁਝ ਕੀਤਾ। ਤਿਸ ਪਰ ਥਾਏ ਸ਼ਬਦ ਗੁਰ ਕੀਨਾ। ਫਿਰ ਉੱਥੇ ਮਹਾਰਾਜ ਨੇ ਸ਼ਬਦ ਵੀ ਉਚਾਰਨ ਕੀਤਾ ਜੀ। ਹਾਂਜੀ, ਨਾਮ ਮਹਾਤਮ ਕੋ ਧਰ ਦੀਨਾ। ਤੇ ਨਾਮ ਮਹਾਤਮ ਕੋ ਧਰ ਦੀਨਾ। ਸਰੋਵਰ ਦਾ ਮਹਾਤਮ ਵੀ ਦੱਸਿਆ, ਵਾਹਿਗੁਰੂ ਦੇ ਨਾਮ ਦਾ ਮਹਾਤਮ ਵੀ ਦੱਸਿਆ ਜੀ। ਹੁਣ ਸੁਣਿਓ ਧਿਆਨ ਨਾਲ ਜੀ। ਆਖੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹਾਂਜੀ, ਸ੍ਰੀ ਮੁਖ ਵਾਕ ਗੌੜੀ ਮਹੱਲਾ ਪੰਜਵਾ। ਹਜੂਰ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਮੁਖੋਂ ਬਚਨ ਕਰਦੇ ਹਨ ਜੀ। ਹਾਂਜੀ, ਨਿਤ ਪ੍ਰਤ ਨਾਵਣ ਰਾਮ ਸਰ ਕੀਜੈ। ਨਿਤ ਪ੍ਰਤ ਨਾਵਣ ਰਾਮ ਸਰ ਕੀਜੈ। ਹਰ ਰੋਜ਼ ਰਾਮ ਸਰ ਵਿੱਚ ਇਸ਼ਨਾਨ ਕਰੋ ਜੀ। ਅੱਗੇ ਅੱਗੇ ਸਾਰਾ ਜ਼ਿਕਰ ਆਏਗਾ। ਹਾਂਜੀ, ਝੋਲ ਮਹਾਰਸ ਹਰ ਅੰਮ੍ਰਿਤ ਪੀਜੇ। ਤੇ ਮਹਾਰਾਜ ਕਹਿਣ ਲੱਗੇ ਇਸ਼ਨਾਨ ਕਰਕੇ ਤੁਹਾਨੂੰ ਬਹੁਤ ਰਸ ਵਾਲਾ ਨਾਮ ਰੂਪੀ ਜਿਹੜਾ ਅੰਮ੍ਰਿਤ ਹੈ ਉਹ ਪ੍ਰਾਪਤ ਹੋਏਗਾ। ਹੁਣ ਇਸ ਗੱਲ ਦੀ ਵਿਆਖਿਆ ਬਹੁਤ ਲੰਮੀ ਹੈ ਸੰਗਤ ਜੀ। ਜਿਹੜੇ ਵਾਹਿਗੁਰੂ ਦੇ ਨਾਮ ਦਾ ਅਭਿਆਸ ਕਰਦੇ ਨੇ ਉਹਨਾਂ ਦੇ ਅੰਦਰ ਅੰਮ੍ਰਿਤ ਝਰਦਾ ਹੈ। ਬਹੁਤ ਥਾਵਾਂ ਤੇ ਨਾਮ ਅੰਮ੍ਰਿਤ ਦੀ ਗੱਲ ਆਈ ਹੈ ਜੀ। ਮਹਾਰਾਜ ਬਾਣੀ ਚ ਕਹਿੰਦੇ ਅੰਤਰ ਕੁੰਟਾ ਅੰਮ੍ਰਿਤ ਭਰਿਆ। ਇਹ ਗੱਲ ਵੱਖਰੀ ਹੈ, ਅਸੀਂ ਉਸ ਨਾਮ ਦੇ ਰਸ ਤੱਕ ਅਜੇ ਨਹੀਂ ਪਹੁੰਚੇ, ਪਰ ਇਹਨੂੰ ਮੁੱਢੋਂ ਨਾ ਖੰਡਨ ਕਰ ਦਈਏ। ਜਿਹੜੇ ਅਭਿਆਸ ਕਰਦੇ ਆ, ਭਜਨ ਕਰਦੇ ਆ, ਉਹ ਇਸ ਰਸ ਨੂੰ ਛਕਦੇ ਨੇ ਜੀ। ਕੱਜ ਕੇ ਆਖੋ ਵਾਹਿਗੁਰੂ। ਝੋਲ ਮਹਾਰਸ ਅੰਮ੍ਰਿਤ ਪੀਜੈ। ਇਹ ਮਹਾਰਸ ਹੈ ਜੀ। ਇਹਦੀ ਵਿਆਖਿਆ ਨਹੀਂ ਹੋ ਸਕਦੀ ਜੀ। ਜਿਹਨੇ ਨਾਮ ਰਸ ਛਕਿਆ ਨਾ, ਮਹਾਰਾਜ ਬਾਣੀ ਚ ਕਹਿੰਦੇ ਨਾਮ ਰਸ ਪੀਆ ਰੇ। ਵਾਹਿਗੁਰੂ ਰਾਮ ਰਸ ਪੀਆ ਰੇ। ਉਹ ਅੰਦਰ ਕੀ ਸਵਾਦ ਬਣਦਾ, ਕੀ ਸਰੀਰ ਵਿੱਚ ਤਰੰਗਾਂ ਉੱਠਦੀਆਂ ਨੇ, ਇਹ ਉਹ ਗੁਰਮੁਖ ਜਾਣਦਾ ਜਿਹਨੂੰ ਇਹ ਰਸ ਆਉਣ ਲੱਗ ਪੈਂਦਾ। ਬਿਨਾਂ ਅਭਿਆਸ ਤੋਂ ਇਹ ਰਸ ਨਹੀਂ ਆ ਸਕਦਾ ਜੀ। ਅਭਿਆਸ ਵੀ ਚਾਹੀਦਾ, ਉਸ ਵਾਹਿਗੁਰੂ ਦੀ ਕਿਰਪਾ ਵੀ ਚਾਹੀਦੀ ਹੈ। ਰਹਾਉ ਨਿਰਮਲ ਉਦਕ ਗੋਵਿੰਦ ਕਾ ਨਾਮ। ਨਿਰਮਲ ਉਦਕ ਗੋਬਿੰਦ ਕਾ ਨਾਮ। ਗੱਜ ਕੇ ਆਖੋ ਵਾਹਿਗੁਰੂ। ਉਦਕ ਦਾ ਅਰਥ ਹੁੰਦਾ ਹੈ ਪਾਣੀ। ਕੋਈ ਵੀ ਪਾਣੀ ਹੈ ਉਹ ਮੈਲਾ ਹੋ ਜਾਏਗਾ ਜੀ। ਪਰ ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ ਪਿਆਰਿਓ, ਸਭ ਤੋਂ ਨਿਰਮਲ ਸਾਫ ਸੁਥਰਾ ਜਿਹੜਾ ਜਲ ਹੈ ਨਾ, ਉਹ ਵਾਹਿਗੁਰੂ ਦਾ ਨਾਮ ਹੈ। ਕਹੋ ਪ੍ਰੇਮ ਨਾਲ ਵਾਹਿਗੁਰੂ ਵਾਹਿਗੁਰੂ। ਫਿਰ ਕਹੋ ਵਾਹਿਗੁਰੂ। ਸਭ ਤੋਂ ਵਧੀਆ। ਸਾਰੇ ਗੰਗਾ ਜਲ ਦੀ ਬੜੀ ਤਾਰੀਫ ਕਰਦੇ। ਬਾਣੀ ਚ ਲਿਖਿਆ ਗੰਗਾ ਜਲ ਗੋਬਿੰਦ ਨਾਮ। ਗੋਬਿੰਦ ਦਾ ਨਾਮ ਹੀ ਗੰਗਾ ਦਾ ਜਲ ਹੈਗਾ ਜੀ। ਹੁਣ ਇਹਦੇ ਵਿੱਚ ਇਸ਼ਨਾਨ ਕਦੋਂ ਹੋਏਗਾ? ਇਹਦੇ ਵਿੱਚ ਇਸ਼ਨਾਨ ਬਾਹਰੀ ਤੌਰ ਤੇ ਆਪਾਂ ਕਿਸੇ ਸਰੋਵਰ 'ਚ ਇਸ਼ਨਾਨ ਕਰਦੇ ਹਾਂ, ਕੱਪੜੇ ਉਤਾਰ ਕੇ ਸਰੋਵਰ ਦੇ ਵਿੱਚ ਪ੍ਰਵੇਸ਼ ਕਰਦੇ ਹਾਂ। ਗੋਬਿੰਦ ਦੇ ਨਾਮ ਵਿੱਚ ਇਸ਼ਨਾਨ ਪਤਾ ਕਿਵੇਂ ਹੋਣਾ? ਚੌਂਕੜਾ ਮਾਰ ਕੇ
ਜਦੋਂ ਮਨ ਨਾਮ ਦੇ ਵਿੱਚ ਚਲੇ ਗਿਆ ਨਾ ਫਿਰ ਇਸ਼ਨਾਨ ਹੋਣਾ ਹੈ ਜੀ। ਮਹਾਰਾਜ ਕਹਿੰਦੇ ਨਾ ਅੰਤਰਗਤ ਤੀਰਥ ਮਲ ਨਾ ਹੋ, ਉਥੇ ਅੰਦਰ ਹੀ ਇਸ਼ਨਾਨ ਹੋਣਾ ਹੈ ਜੀ। ਨਿਰਮਲ ਉਦਕ ਗੋਬਿੰਦ ਨਾਮ ਵਾਹਿਗੁਰੂ ਨਿਰਮਲ ਉਦਕ ਗੋਬਿੰਦ ਕਾ ਨਾਮ, ਸਿੱਧੀ ਜੀ ਗੱਲ ਜੀ। ਸਭ ਤੋਂ ਨਿਰਮਲ ਸਾਫ ਸੁਥਰਾ ਜਿਹੜਾ ਜਲ ਹੈ ਉਹ ਵਾਹਿਗੁਰੂ ਦਾ ਨਾਮ ਹੀ ਹੈ ਕਹਿਣ ਲੱਗੇ। ਹਾਂਜੀ, ਮੱਜਨ ਕਰਤ ਪੂਰਨ ਸਭ ਕਾਮ, ਜਿਹੜਾ ਫਿਰ ਇਹਦੇ ਵਿੱਚ ਇਸ਼ਨਾਨ ਕਰ ਲੈਂਦਾ ਸ੍ਰੀ ਗੁਰੂ ਅਰਜਨ ਸਾਹਿਬ ਕਹਿੰਦੇ ਉਹਦੇ ਸਾਰੇ ਕੰਮ ਹੀ ਪੂਰੇ ਹੋ ਜਾਂਦੇ ਜੀ। ਹਾਂਜੀ, ਇਸ ਗੋਬਿੰਦ ਦੇ ਨਾਮ ਦੇ ਵਿੱਚ, ਨਾਮ ਦੇ ਜਲ ਵਿੱਚ ਕਹਿ ਲਓ, ਇਸ਼ਨਾਨ ਦੀ ਵੀ ਗੱਲ ਆਈ ਹੈ। ਮਹਾਰਾਜ ਨੇ ਇਸ ਰਸ ਨੂੰ ਪੀਣ ਦੀ ਵੀ ਗੱਲ ਕੀਤੀ ਹੈ। ਵਿਖੇ ਬਨ ਫੀਕਾ ਤਿਆਗ ਰੀ ਸਖੀਏ, ਨਾਮ ਮਹਾਰਸ ਪੀਓ। ਛਕਣ ਦੀ ਵੀ ਗੱਲ ਕੀਤੀ ਹੈ, ਇਸ਼ਨਾਨ ਦੀ ਗੱਲ ਵੀ ਕੀਤੀ ਹੈ। ਮਹਾਰਾਜ ਕਹਿਣ ਲੱਗੇ ਜਿਹੜਾ ਇਹਦੇ ਚ ਮੱਜਨ ਕਰਦਾ, ਭਾਵ ਜਿਹੜਾ ਗੋਬਿੰਦ ਦੇ ਨਾਮ ਨੂੰ ਜਪਦਾ ਹੈ, ਸੰਗਤ ਜੀ ਉਹਦਾ ਕੋਈ ਕੰਮ ਅਧੂਰਾ ਨਹੀਂ ਰਹਿ ਜਾਂਦਾ ਜੀ। ਆਪਣੀ ਜ਼ਿੰਦਗੀ 'ਚ ਮੈਂ ਵੀ ਐਸੇ ਲੋਕ ਵੇਖੇ ਤੇ ਤੁਸੀਂ ਵੀ ਵੇਖੇ ਹੋਣਗੇ ਜਿਹੜੇ ਇਹ ਕਹਿੰਦੇ ਹੋਣੇ ਆ ਭਾਈ ਸਾਹਿਬ ਜਿਹੜੇ ਪਾਸੇ ਹੱਥ ਪਾਈਏ ਕੰਮ ਹੀ ਨਹੀਂ ਬਣਦਾ, ਅੜਚਨਾ ਹੀ ਬੜੀਆਂ ਪੈਦਾ ਹੁੰਦੀਆਂ ਨੇ। ਲਗਭਗ 80% ਲੋਕ ਸੰਸਾਰ ਦੇ ਇਹ ਗੱਲ ਕਹਿਣਗੇ ਅਸੀਂ ਜਿਸ ਪਾਸੇ ਜਾਂਦੇ ਆ ਮੁਸ਼ਕਿਲਾਂ ਹੀ ਮੁਸ਼ਕਿਲਾਂ। ਇੰਝ ਲੱਗਦਾ ਜਿਵੇਂ ਕਿਸੇ ਨੇ ਸਾਡਾ ਕੰਮ ਬੰਨ੍ਹ ਦਿੱਤਾ ਹੋਵੇ। ਕਹਿਣ ਲੱਗੇ ਕੰਮ ਪੂਰੇ ਨਹੀਂ ਹੁੰਦੇ ਜੀ। ਪਰ ਮਹਾਰਾਜ ਕਹਿਣ ਲੱਗੇ ਨਾਮ ਦੇ ਜਲ 'ਚ ਕਰੋ ਇਸ਼ਨਾਨ ਤੇ ਕੰਮ ਤੁਹਾਡੇ ਕਿਉਂ ਨਹੀਂ ਪੂਰੇ ਹੋਣਗੇ। ਇਹ ਗੱਲ ਮਹਾਰਾਜ ਨੇ ਲਿਖ ਕੇ ਦਿੱਤੀ। ਆਪਾਂ ਕਹਿੰਦੇ ਸਾਨੂੰ ਤੇਰੀ ਗੱਲ ਦਾ ਭਰੋਸਾ ਨਹੀਂ, ਲਿਖ ਕੇ ਦੇ। ਮਹਾਰਾਜ ਨੇ ਲਿਖ ਕੇ ਦਿੱਤਾ ਜੀ। ਹਾਂਜੀ, ਸੰਤ ਸੰਗ ਤਹਿ ਗੋਸ਼ਟ ਹੋਏ, ਜਿੱਥੇ ਸਤ ਸੰਗਤ ਹੈ, ਜਿੱਥੇ ਨਾਮ ਰੂਪੀ ਅੰਮ੍ਰਿਤ ਜਲ ਵਿੱਚ ਸੰਗਤਾਂ ਇਸ਼ਨਾਨ ਕਰ ਰਹੀਆਂ ਨੇ, ਮਹਾਰਾਜ ਕਹਿਣ ਲੱਗੇ ਵੇਖੋ ਉੱਥੇ ਫਿਰ ਕਿੰਨੇ ਕਿੰਨੇ ਰੱਬ ਦੇ ਪਿਆਰੇ ਸੰਤ ਆ ਕੇ ਬਚਨ ਕਰਦੇ ਹੈ। ਉੱਥੇ ਸ਼ਾਂਤੀ ਮਿਲਦੀ ਹੈ, ਉੱਥੇ ਮਨ ਨੂੰ ਸਕੂਨ ਮਿਲਦਾ ਹੈ। ਹਾਂਜੀ, ਕੋਟ ਜਨਮ ਕੇ ਕਿਲ ਵਿਖ ਖੋਏ, ਤੇ ਰਾਮ ਸਰ 'ਚ ਇਸ਼ਨਾਨ ਕੀਤਿਆਂ, ਵਾਹਿਗੁਰੂ ਦੇ ਨਾਮ ਰੂਪੀ ਸਰੋਵਰ ਵਿੱਚ ਇਸ਼ਨਾਨ ਕੀਤਿਆਂ, ਜਾਂ ਇਹਦਾ ਇਹ ਵੀ ਅਰਥ ਹੈ ਰਾਮ ਸਰ ਸ਼ਹੀਦਾਂ ਸਾਹਿਬ ਵਾਲੇ ਉੱਥੇ ਵੀ ਇਸ਼ਨਾਨ ਕੀਤਿਆਂ। ਸੰਗਤ ਜੀ ਕੋਟ ਜਨਮ ਕੇ ਕਿਲ ਵਿਖ ਖੋਏ, ਪਾਪ ਤੇ ਇੱਕ ਜਨਮ ਦੇ ਛੱਡੋ, ਇੱਕ ਦਿਨ ਦੇ ਬੜੇ ਮਾੜੇ ਹੈਗੇ ਜੀ। ਇੱਕ ਦਿਨ ਦੇ ਪਾਪ ਬੰਦਾ ਲਿਖ ਲੇ ਜੀ, ਉਹਨਾਂ ਪਾਪਾਂ ਦਾ ਫਲ ਵੇਖ ਲੇ ਜੀ। ਮਹਾਰਾਜ ਕਹਿੰਦੇ ਇਸ ਜਲ 'ਚ ਜਿਹੜਾ ਇਸ਼ਨਾਨ ਕਰਦਾ ਹੈ ਨਾ, ਜਨਮਾਂ ਜਨਮਾਂ ਦੇ ਪਾਪ ਜਿਹੜੇ ਉਤਰਦੇ ਆ ਜੀ। ਕਿਲ ਵਿਖ ਕੱਢ ਕੇ ਆਖੋ ਵਾਹਿਗੁਰੂ। ਜ਼ਹਿਰ ਰੂਪੀ ਕੰਮ ਜੀ, ਜਿਨ੍ਹਾਂ ਦਾ ਫਲ ਜ਼ਹਿਰ ਹੈ ਜੀ, ਸਭ ਮਿਟ ਜਾਂਦੇ। ਮਹਾਰਾਜ ਕਹਿਣ ਲੱਗੇ ਹਾਂਜੀ, ਸਿਮਰਹਿ ਸਾਧ ਕਰਹਿ ਆਨੰਦ। ਹੁਣ ਕੌਣ ਇਸ਼ਨਾਨ ਕਰਦਾ ਇਸ ਰਾਮ ਸਰ ਵਿੱਚ? ਆਮ ਬੰਦਾ ਨਾਮ ਰੂਪੀ ਜਲ 'ਚ ਇਸ਼ਨਾਨ ਨਹੀਂ ਜੇ ਕਰ ਸਕਦਾ। ਮਹਾਰਾਜ ਕਹਿੰਦੇ ਸਾਧੂ ਇਸ਼ਨਾਨ ਕਰਦਾ ਹੈ। ਸਿਮਰਹਿ ਸਾਧ ਕਰਹਿ ਆਨੰਦ, ਉਹਨੂੰ ਆਨੰਦ ਬਣਿਆ ਰਹਿੰਦਾ ਜੀ। ਹੁਣ ਆਪਾਂ ਜਿੰਨੇ ਬੈਠੇ ਆ, ਇਮਾਨਦਾਰੀ ਨਾਲ ਆਪਣੇ ਮਨ ਕੋਲੋਂ ਪੁੱਛ ਕੇ ਵੇਖੋ, ਜ਼ਿੰਦਗੀ ਲੰਘ ਗਈ ਹੈ, ਰਾਮ ਦੇ ਨਾਮ 'ਚ ਇਸ਼ਨਾਨ ਨਹੀਂ ਹੋਇਆ ਜੀ ਅਜੇ ਜੀ। ਅੰਦਰੋਂ ਰਸ ਆਨੰਦ ਨਹੀਂ ਬਣਿਆ ਜੀ। ਭਾਈ ਵੀਰ ਸਿੰਘ ਜੀ ਬਹੁਤ ਸੋਹਣੀ ਘਟਨਾ ਲਿਖਦੇ ਆ। ਉਹ ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਜਗਨਨਾਥਪੁਰੀ ਗਏ ਜੀ। ਜਦੋਂ ਮਹਾਰਾਜ ਜਗਨਨਾਥਪੁਰੀ ਗਏ ਨਾ, ਤੇ ਉੱਥੇ ਸਾਧ ਸੰਗਤ ਜੀ ਇੱਕ ਬ੍ਰਾਹਮਣ ਮਹਾਰਾਜ ਨੂੰ ਮਿਲਿਆ ਜੀ। ਰੋਜ਼ ਦੀਵਾਨ ਲਾਉਂਦੇ ਮਹਾਰਾਜ। ਉਹਨੂੰ ਮਹਿਸੂਸ ਹੁੰਦਾ ਵੀ ਮੈਂ ਨਾਮ ਜਪਦਾ, ਪਰ ਉਹ ਜਪਦਾ ਨਹੀਂ ਹੈ।
ਪਤਾ ਕੀ ਕਰਦਾ ਸੀ? ਮਾਲਾ ਲੈ ਕੇ ਮਾਲਾ ਫੇਰਦਾ ਸੀ, ਮੂੰਹ ਹਿਲਾਉਂਦਾ ਸੀਗਾ ਤੇ ਮਹਿਸੂਸ ਹੁੰਦਾ ਸੀ ਮੈਂ ਨਾਮ ਜਪਦਾ, ਪਰ ਨਾਮ ਨਹੀਂ ਸੀ ਜਪਦਾ ਜੀ। ਗੁਰੂ ਨਾਨਕ ਸਾਹਿਬ ਨਾਲ ਉਹਦੇ ਵਿਚਾਰ ਗੋਸ਼ਟੀ ਹੋਈ ਸੀ। ਜਦੋਂ ਉਹਦਾ ਮਹਾਰਾਜ ਨਾਲ ਵਿਚਾਰ ਚਰਚਾ ਹੋਈ ਨਾ ਉਹਦੀ, ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨੂੰ ਦੱਸਿਆ। ਮਹਾਰਾਜ ਕਹਿੰਦੇ ਜੇ ਤੂੰ ਵਾਕਈ ਨਾਮ ਜਪਦਾ ਹੁੰਦਾ ਅੱਜ ਤੇਰੇ ਚੱਕਰ ਚੇਨੇ ਨਹੀਂ ਸੀ ਹੋਣੇ, ਕਹਿਣ ਲੱਗੇ ਤੇਰੇ ਚਿਹਰੇ ਤੇ ਸ਼ਾਂਤੀ ਹੋਣੀ ਸੀ, ਕਹਿਣ ਲੱਗੇ। ਕਹਿਣ ਲੱਗਾ ਮੈਂ ਤਾਂ ਜਪਤਾ ਹੂੰ, ਮੈਂ ਤੇ ਜਪਦਾ। ਕਹਿੰਦਾ ਕਿਵੇਂ? ਮਹਾਰਾਜ ਕਹਿੰਦੇ ਕਿਵੇਂ ਜਪਦਾ? ਕਹਿੰਦਾ ਆ ਵੇਖੋ ਮਾਲਾ, ਇਹਨੂੰ ਫੜ ਕੇ ਮੈਂ ਰਾਮ 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 ਮੈਂ ਤੇ ਰੋਜ਼ ਜਪਦਾ। ਮਹਾਰਾਜ ਕਹਿੰਦੇ ਪਿਆਰਿਆ ਇੰਜ ਨਹੀਂ ਹੁੰਦਾ। ਦੋ ਚਾਰ ਨੁਕਤੇ ਦੱਸੇ ਮਹਾਰਾਜ ਨੇ। ਸਭ ਤੋਂ ਪਹਿਲਾਂ ਨਾਮ ਜਪਣ ਲੱਗਿਆਂ ਇਹ ਵਿਸ਼ਵਾਸ ਰੱਖ ਵੀ ਨਾਮੀ ਹੈ, ਮੈਂ ਜਿਹਨੂੰ ਜਪ ਰਿਹਾ ਉਹ ਮੈਨੂੰ ਸੁਣ ਰਿਹਾ, ਤੇ ਜਿਹੜਾ ਮੰਤਰ ਤੂੰ ਜਪ ਰਿਹਾ, ਜਿਹੜਾ ਉਹਦੇ ਨਾਮ ਦਾ ਤੂੰ ਰਟਨ ਕਰ ਰਿਹਾ, ਜੇ ਉਹਦੇ ਵਿੱਚ ਭਾਵ ਨਹੀਂ ਹੈ ਨਾ ਉਹ ਤੋਤਾ ਰਟਣ ਹੈ। ਮਹਾਰਾਜ ਕਹਿਣ ਲੱਗੇ, ਗੱਜ ਕੇ ਆਖੋ ਵਾਹਿਗੁਰੂ। ਜੇ ਉਹਦੇ ਵਿੱਚ ਭਾਵ ਨਹੀਂ ਹੈ, ਭਾਵ ਵਾਹਿਗੁਰੂ ਆਖਿਆ, ਭਾਵ ਨਹੀਂ ਉਹਦੇ ਵਿੱਚ, ਇੱਧਰ ਵੇਖ ਲਿਆ ਉੱਧਰ ਵੇਖ ਲਿਆ, ਚਲੋ ਅੱਖਾਂ ਵੀ ਬੰਦ ਕਰ ਲਈਆਂ, ਮਨ ਸੋਚਾਂ ਹੀ ਸੋਚੀ ਜਾਂਦਾ ਹੈ, ਭਾਵ ਕੋਈ ਨਹੀਂ ਹੈ, ਉੱਤੋਂ ਉੱਤੋਂ ਵਾਹਿਗੁਰੂ ਵਾਹਿਗੁਰੂ ਕਹਿ ਰਿਹਾ, ਫਲ ਤੇ ਮਿਲੇਗਾ ਪਰ ਰਸ ਨਹੀਂ ਮਿਲੇਗਾ। ਉਹਨੇ ਮਹਾਰਾਜ ਨੇ ਹੋਰ ਬਚਨ ਆਖੇ, ਉਹਨੇ ਮਹਾਰਾਜ ਦੇ ਚਰਨਾਂ 'ਚ ਅਰਦਾਸ ਕੀਤੀ, ਮੇਰੇ ਵੱਸ ਦੀ ਗੱਲ ਨਹੀਂ ਹੈ। ਮਹਾਰਾਜ ਹਥਿਆਰ ਸੁੱਟ ਤੇ ਮਹਾਰਾਜ ਨੇ ਸਿਰ ਤੇ ਹੱਥ ਰੱਖ ਕੇ ਨਾਮ ਅੰਦਰ ਚਲਾ ਹੀ ਦਿੱਤਾ ਜੀ। ਫਿਰ ਜੀ ਹੁਣ ਇਹਦਾ ਭਾਵ ਲਿਓ, ਸਿਮਰਹਿ ਸਾਧਕ ਰਹੇ ਆਨੰਦ। ਗੁਰੂ ਅਰਜਨ ਸਾਹਿਬ ਕਹਿੰਦੇ ਆ ਸਾਧੂ ਨਾਮ ਦੇ ਸਰੋਵਰ 'ਚ ਇਸ਼ਨਾਨ ਕਰਦੇ ਆ, ਉਹਦਾ ਨਾਮ ਜਪ ਕੇ। ਤੁਸੀਂ ਕਹੋਗੇ ਨਾਮ ਆਪਾਂ ਵੀ ਜਪਦੇ ਆ, ਨਹੀਂ ਸਾਧ ਸੰਗਤ ਜੀ, ਜੇ ਵਿੱਚ ਭਾਵ ਨਹੀਂ ਹੈ ਰਟਨ ਨਹੀਂ ਹੈ ਬਸ। ਦੋ ਚਾਰ ਗੱਲਾਂ ਮੁੱਖ ਨੇ, ਨਾਮੀ ਹੈ, ਮੈਨੂੰ ਸੁਣ ਰਿਹਾ, ਉਹਦੀ ਮਹਿਮਾ ਨੂੰ ਹਿਰਦੇ 'ਚ ਵਸਾਉਣਾ, ਨਾਮ ਦੇ ਵਿੱਚ ਭਾਵ ਨੂੰ ਰੱਖਣਾ, ਫਿਰ ਨਾਮ ਜਪਣਾ। ਜਪ ਕੇ ਵੇਖ ਲਿਓ ਸਾਧ ਸੰਗਤ ਜੀ, ਕੁਝ ਦਿਨਾਂ 'ਚ ਆਨੰਦ ਬਣ ਜਾਏਗਾ। ਮਸਕੀਨ ਜੀ ਨੇ ਇੱਕ ਘਟਨਾ ਕਹੀ ਸੀ, ਇੰਗਲੈਂਡ ਦਾ ਹੀ ਉਹ ਬੰਦਾ ਸੀਗਾ ਜੀ। ਉਹ ਮਸਕੀਨ ਜੀ ਨੂੰ ਕਹਿੰਦਾ, ਮਸਕੀਨ ਮੈਂ ਬੜਾ ਕੀਰਤਨ ਸੁਣਿਆ, ਮੈਂ ਬੜੀ ਕਥਾ ਸੁਣੀ, 16 ਘੰਟੇ ਰੋਜ਼ ਦਾ ਪਾਠ ਕੀਤਾ, ਪਰ ਬਣਿਆ ਕੁਛ ਨਹੀਂ ਮੇਰਾ। ਬੰਦਾ ਕਈ ਵਾਰੀ ਸਾਰੀ ਜ਼ਿੰਦਗੀ ਲਾ ਦਿੰਦਾ, ਕਹਿੰਦਾ ਬਣਿਆ ਕੁਛ ਨਹੀਂ। ਕਹਿੰਦਾ ਮਸਕੀਨ ਬਣਿਆ ਨਹੀਂ ਕੁਛ। ਕਹਿਣ ਲੱਗੇ ਕੋਈ ਨਹੀਂ, ਤੂੰ ਇੱਕ ਕੰਮ ਕਰ, ਇਹ ਭੁੱਲ ਜਾ ਵੀ ਤੂੰ ਆਪ ਜਪ ਰਿਹਾ, ਜਿਹੜੇ 16 ਘੰਟੇ ਦਾ ਮਾਣ ਹੈ ਇਹ ਵੀ ਛੱਡ ਦੇ, ਇਹ ਵੀ ਛੱਡ ਦੇ ਵੀ ਮੇਰੀ ਅਵਸਥਾ ਬਣੇ, ਕੁਛ ਬਣੇ। ਇਹ ਵੀ ਤੇ ਇੱਕ ਰੁਕਾਵਟ ਹੈ। ਗੱਜ ਕੇ ਆਖੋ ਵਾਹਿਗੁਰੂ। ਬੰਦਾ ਬੰਦਾ ਨਾਮ ਜਪਦਾ, ਸੋਚਦਾ ਕੁਛ ਬਣਿਆ ਨਹੀਂ। ਕਹਿੰਦੇ ਇਹ ਸੋਚ ਛੱਡ ਦੇ ਵੀ ਕੁਝ ਬਣੇ, ਪਿਆਰ ਨਾਲ ਭਾਵ ਨਾਲ ਨਾਮ ਜਪ। 3 ਕੁ ਦਿਨ ਉਹਨੇ ਜਪਿਆ, ਤੀਜੇ ਦਿਨ ਕਥਾ ਸੁਣਨ ਵਾਸਤੇ ਆਇਆ, ਕਹਿੰਦੇ ਉਹਦਾ ਚਿਹਰਾ ਹੀ ਹੋਰ ਸੀਗਾ। ਕਹਿੰਦਾ ਮਸਕੀਨ ਮੇਰੀ ਗੱਲ ਬਣ ਗਈ ਹੈ, ਮੇਰੀ ਗੱਲ ਬਣ ਗਈ ਹੈ, ਕਹਿਣ ਲੱਗਾ। ਭਾਵ ਇਹ ਵੀ ਫੁਰਨਾ ਛੱਡ ਦਿੱਤਾ ਵੀ ਮੇਰੀ ਅਵਸਥਾ ਬਣੇ, ਗੱਲ ਬਣ ਗਈ ਜੀ। ਮਹਾਰਾਜ ਕਹਿੰਦੇ ਸਾਧੂ ਜਪਦੇ ਆ, ਉਹ ਨਾਮ ਵਿੱਚ ਇਸ਼ਨਾਨ ਕਰਦੇ ਆ, ਜਪਦੇ ਨਹੀਂ ਇਸ਼ਨਾਨ ਕਰਦੇ ਆ, ਆਨੰਦ ਹੀ ਬਣੇ ਹੁੰਦੇ, ਉਹਨਾਂ ਦੀ ਜ਼ਿੰਦਗੀ 'ਚ ਖੇੜੇ ਬਣੇ ਹੁੰਦੇ ਆ। ਹਾਂਜੀ, ਮਨ ਤਨ ਰਵਿਆ ਪਰਮਾਨੰਦ। ਫਿਰ ਮਹਾਰਾਜ ਗਰੀਬ ਨਵਾਜ ਕਹਿਣ ਲੱਗੇ ਪਰਮ ਆਨੰਦ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ ਜੀ। ਆ ਛੋਟੇ ਮੋਟੇ ਆਨੰਦ ਸਾਨੂੰ ਚੰਗੇ ਲੱਗਦੇ ਆ, ਰੱਬ ਦੇ ਪਿਆਰਿਆਂ ਨੂੰ ਪਰਮ ਆਨੰਦ ਹੁੰਦਾ ਹੈ ਜੀ। ਹਾਂਜੀ,
ਜਿਸ ਹੈ ਪ੍ਰਾਪਤ ਹਰ ਚਰਨ ਨਿਧਾਨ। ਕਹਿਣ ਲੱਗੇ ਗੁਰੂ ਅਰਜਨ ਸਾਹਿਬ ਨੇ ਰਾਮਸਰ ਸਾਹਿਬ ਦੇ ਸਰੋਵਰ ਦੇ ਕੰਢੇ ਤੇ ਬੈਠ ਕੇ ਇਹ ਸ਼ਬਦ ਉਚਾਰਿਆ। ਮਹਾਰਾਜ ਕਹਿੰਦੇ ਜਿਸ ਹੈ ਪ੍ਰਾਪਤ ਹਰ ਚਰਨ ਨਿਧਾਨ, ਜਿਹਨੂੰ ਰੱਬ ਦੇ ਪਿਆਰੇ ਚਰਨਾਂ ਦਾ ਖਜ਼ਾਨਾ ਮਿਲ ਜਾਂਦਾ ਜੀ। ਸਭ ਸੁੱਖਾਂ ਦਾ ਖਜ਼ਾਨਾ ਪਰਮੇਸ਼ਰ ਦਾ ਨਾਮ ਹੈ ਜੀ। ਹਾਂਜੀ, ਨਾਨਕ ਦਾਸ ਤਿਸ ਹੈ ਕੁਰਬਾਨ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਭਾਈ ਮੈਂ ਉਹਦੇ ਤੋਂ ਕੁਰਬਾਨ ਜਾਂਦਾ ਹਾਂ, ਉਹਦੇ ਤੋਂ ਬਲਿਹਾਰ ਜਾਂਦਾ ਹਾਂ, ਜਿਹਨੂੰ ਇਹ ਖਜ਼ਾਨਾ ਮਿਲ ਗਿਆ, ਜਿਹਨੇ ਆਪਣੇ ਜੀਵਨ ਨੂੰ ਸਾਧ ਲਿਆ, ਜਿਹਨੂੰ ਪਰਮੇਸ਼ਰ ਦੇ ਚਰਨਾਂ ਰੂਪੀ ਖਜ਼ਾਨੇ ਦੀ ਪ੍ਰਾਪਤੀ ਹੋ ਗਈ ਹੈ। ਸਾਧੂ ਜਪਦੇ ਆ, ਜਪ ਜਪ ਕੇ ਪੂਰਨ ਆਨੰਦ ਵਿੱਚ ਹੋ ਜਾਂਦੇ ਆ ਜੀ। ਪੂਰਨ ਆਨੰਦ ਚ ਹੋ ਜਾਂਦੇ ਆ ਜੀ। ਗੱਜ ਕੇ ਆਖੋ, ਗੱਜ ਕੇ। ਗੁਰਬਾਣੀ ਚ ਬੜੀ ਬੜੀ ਸ਼ਬਦ ਆਉਂਦਾ ਪਰਮਾਨੰਦ। ਇੱਕ ਭਗਤ ਵੀ ਨੇ ਜੀ, 15 ਭਗਤਾਂ ਵਿੱਚੋਂ ਇੱਕ ਭਗਤ ਨੇ ਜਿਨ੍ਹਾਂ ਦਾ ਨਾਮ ਹੈ ਭਗਤ ਪਰਮਾਨੰਦ ਜੀ। ਔਰ ਵਾਕਈ ਉਹਨਾਂ ਦਾ ਨਾਮ ਸਫਲਾ ਹੈ, ਉਹਨਾਂ ਨੂੰ ਪਰਮ ਆਨੰਦ ਦੀ ਪ੍ਰਾਪਤੀ ਹੋਈ ਹੈ ਜੀ ਜ਼ਿੰਦਗੀ ਵਿੱਚ। ਪਰਮ ਆਨੰਦ ਅੱਗੇ ਬਾਕੀ ਸਭ ਆਨੰਦ ਜਿਹੜੇ ਉਹ ਫਿੱਕੇ ਨੇ। ਤੇ ਪਰਮ ਆਨੰਦ ਆਉਂਦਾ ਕਿਵੇਂ ਹੈ? ਗੁਰੂ ਅਰਜਨ ਸਾਹਿਬ ਕਹਿੰਦੇ ਤਾਂ ਆਏਗਾ ਜਦੋਂ ਨਿਤ ਭਰਤ ਨਾਵਣ ਰਾਮ ਸਰ ਕੀਜੈ। ਨਿਤ ਭਰਤ, ਹਰ ਰੋਜ਼ ਰਾਮ ਸਰ ਦੇ ਵਿੱਚ ਇਸ਼ਨਾਨ ਕਰੋਗੇ। ਸਵਾਓ ਚੁੱਭੀ ਮਾਰਨ ਦਾ ਯਤਨ ਕਰੀਏ, ਫਿਰ ਖਿਮਾ ਮੰਗਾਂਗਾ। ਪਿਆਰ ਨਾਲ ਸਾਵਧਾਨ ਹੋ ਕੇ ਐ ਨਾਮ ਵਿੱਚ ਭਾਵ ਵੀ ਹੋਵੇ ਜੀ। ਵਾਹਿਗੁਰੂ ਹੈ, ਸਾਨੂੰ ਸੁਣ ਰਿਹਾ, ਸਾਡੇ ਤੇ ਮਿਹਰ ਕਰ ਰਿਹਾ, ਭਾਵ ਵਿੱਚ ਨਾਮ ਜਪਣਾ ਹੈ। ਭਾਵ ਵਿੱਚ 10 ਮਿੰਟ ਜਪਿਆ ਹੋਇਆ ਨਾਮ ਸਾਰੀ ਦਿਹਾੜੀ ਤੁਹਾਨੂੰ ਆਨੰਦ ਦੇਵੇਗਾ। ਕਾਲੀ ਕਾਲੀ ਵਿੱਚ ਭਾਵ ਨਹੀਂ ਹੈ, ਫੋਕੀਆਂ ਰੀਤਾਂ ਨਾਲ ਜਪਿਆ ਹੋਇਆ ਨਾਮ 2 ਘੰਟੇ ਦਾ ਵੀ ਆਨੰਦ ਨੀਚੇ ਦਿੰਦਾ ਜੀ। ਪ੍ਰੇਮ ਨਾਲ ਗੱਜ ਕੇ ਵਾਹਿਗੁਰੂ ਵਾਹਿਗੁਰੂ।